ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਮੋਟਰ 'ਤੇ ਚੜ੍ਹ ਸੰਤ ਜੀ ਮਹਾਰਾਜ ਪਟਿਆਲੇ ਦੇ ਰਾਹ ਪੈ ਗਏ। ਥੋੜ੍ਹੇ ਚਿਰ ਵਿੱਚ ਹੀ ਭਵਾਨੀਗੜ੍ਹ ਪੁੱਜੇ। ਇਸ ਤੋਂ ਕੁਝ ਮੀਲ ਅੱਗੇ ਇੱਕ ਸੜਕ ਪਟਿਆਲੇ ਵੱਲ ਜਾਂਦੀ ਸੀ ਅਤੇ ਦੂਜੀ ਨਾਭੇ ਵੱਲ। ਜਦ ਇਹ ਮੋੜ ਆਇਆ ਤਾਂ ਸੰਤ ਜੀ ਮਹਾਰਾਜ ਨੇ ਡਰਾਈਵਰ ਨੂੰ ਨਾਭੇ ਦੀ ਸੜਕ ਪੈਣ ਦਾ ਹੁਕਮ ਦਿੱਤਾ। ਅਜੇ 2 ਕੁ ਫਰਲਾਂਗ ਹੀ ਗਏ ਸੀ ਕਿ ਮਹਾਰਾਜ ਜੀ ਨੇ ਦਾਸ ਸੰਤ ਤੇਜਾ ਸਿੰਘ ਨੂੰ ਆਖਿਆ, ਭਾਈ ਅਸੀਂ ਨਾਭੇ ਸਰਦਾਰ ਗੁਰਦਿਆਲ ਸਿੰਘ ਨੂੰ ਮਿਲਣ ਵਾਸਤੇ ਜਾ ਰਹੇ ਹਾਂ, ਤਾਂ ਕਿ ਜਿਹੜੀ ਸਕੂਲ ਦੀ ਗ੍ਰਾਂਟ ਅਤੇ ਲੰਗਰ ਦੀ ਸੇਵਾ ਬੰਦ ਹੋ ਚੁੱਕੀ ਹੈ ਉਸ ਨੂੰ ਫਿਰ ਜਾਰੀ ਕਰਵਾਇਆ ਜਾਵੇ। ਅਕਾਲ ਕਾਲਜ ਦੀ ਹਾਲਤ ਇਸ ਵੇਲੇ ਢਾਢੀ ਦਰਦਨਾਕ ਹੈ। ਸਾਡੇ ਚਿੱਤ ਨੇ ਇਹ ਰਾਤ ਹੀ ਫੈਸਲਾ ਕਰ ਲਿਆ ਸੀ, ਪਰ ਅਸੀਂ ਤੁਹਾਨੂੰ ਜਾਣ ਕੇ ਨਹੀਂ ਦੱਸਿਆ ਕਿ ਕਿਤੇ ਤੁਸੀਂ ਸਾਨੂੰ ਇੱਧਰ ਆਉਣ ਤੋਂ ਨਾ ਕਰ ਦਿਓ। ਇਹ ਗੱਲ ਸੁਣ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਹਜ਼ੂਰ ਦੀ ਸ਼ਾਨ ਦੇ ਲਾਇਕ ਨਹੀਂ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਸਾਡੀ ਸ਼ਾਨ ਸਤਿਗੁਰੂ ਦੀ ਸੇਵਾ ਵਿੱਚ ਸ਼ਾਨ ਕੋਈ ਚੀਜ਼ ਨਹੀਂ। ਇਹ ਸੁਣ ਸੰਤ ਤੇਜਾ ਸਿੰਘ ਤਾਂ ਚੁੱਪ ਕਰ ਗਏ ਅਤੇ ਮੋਟਰ ਸਿੱਧੀ ਸਰਦਾਰ ਗੁਰਦਿਆਲ ਸਿੰਘ ਦੀ ਕੋਠੀ ਦੇ ਸਾਹਮਣੇ ਜਾ ਖਲੋਤੀ। ਇੱਥੇ ਡਿਓੜੀ ਤੇ ਇੱਕ ਪਹਿਰੇਦਾਰ ਖੜਾ ਸੀ। ਉਸ ਦੀ ਰਾਹੀਂ ਸੰਤ ਜੀ ਮਹਾਰਾਜ ਦੇ ਆਉਣ ਦੀ ਖਬਰ ਕੀਤੀ ਗਈ। ਸਰਦਾਰ ਗੁਰਦਿਆਲ ਸਿੰਘ ਨੇ ਬੇਨਤੀ ਕਰ ਭੇਜੀ, ਦਾਸ ਇਸ਼ਨਾਨ ਕਰ ਰਿਹਾ ਹੈ, ਥੋੜ੍ਹੇ ਚਿਰ ਵਿੱਚ ਹੀ ਹਾਜ਼ਰ ਹੋ ਜਾਵੇਗਾ। ਕੋਈ 15 ਕੁ ਮਿੰਟ ਸੰਤ ਜੀ ਬਾਹਰ ਮੋਟਰ ਵਿੱਚ ਬੈਠੇ ਰਹੇ। ਫਿਰ ਸਰਦਾਰ ਗੁਰਦਿਆਲ ਸਿੰਘ ਬਾਹਰ ਆਏ ਤੇ ਸੰਤ ਜੀ ਮਹਾਰਾਜ ਨੂੰ ਕੋਠੀ ਦੇ ਅੰਦਰ ਲੈ ਗਏ। ਅੱਗੇ ਵਿਹੜੇ ਵਿੱਚ 3 ਕੁਰਸੀਆਂ ਡਾਈਆਂ ਹੋਈਆਂ ਸਨ। ਇੱਕ 'ਤੇ ਸੰਤ ਜੀ ਮਹਾਰਾਜ ਸੱਜ ਕੇ, ਦੂਜੀ 'ਤੇ ਸਰਦਾਰ ਗੁਰਦਿਆਲ ਸਿੰਘ। ਸੰਤ ਤੇਜਾ ਸਿੰਘ ਜੀ ਸੰਤ ਜੀ ਦੇ ਚਰਨਾਂ ਵਿੱਚ ਬੈਠ ਗਏ। ਸਰਦਾਰ ਗੁਰਦਿਆਲ ਸਿੰਘ ਨੇ ਬੜੇ ਪ੍ਰੇਮ ਨਾਲ ਪੁੱਛਿਆ, ਮਹਾਰਾਜ ਜੀ ਕਿਸ ਤਰ੍ਹਾਂ ਦਾਸ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ। ਇਹ ਸੁਣ ਸੰਤ ਜੀ ਮਹਾਰਾਜ ਨੇ ਅਕਾਲ ਕਾਲਜ ਦੀ ਸਾਰੀ ਵਿਥਿਆ ਸੁਣਾਈ ਅਤੇ ਆਖਿਆ ਕਿ ਅਸੀਂ ਤੁਹਾਡੇ ਪਾਸ ਕਾਲਜ ਦੀ ਬੰਦ ਹੋਈ ਗ੍ਰਾਂਟ ਨੂੰ ਫਿਰ ਜਾਰੀ ਕਰਾਉਣ ਲਈ ਆਏ ਹਾਂ। ਜਿਸ ਤਰ੍ਹਾਂ ਹੋ ਸਕੇ ਇਹ ਕਾਰਜ ਸਿਰੇ ਚੜ੍ਹਾ ਦਿਓ। ਸਰਦਾਰ ਗੁਰਦਿਆਲ ਸਿੰਘ ਨੇ ਬੇਨਤੀ ਕੀਤੀ ਕਿ ਜੇ ਪੰਜਾਬ ਅਤੇ ਸਾਰੀਆਂ ਰਿਆਸਤਾਂ ਦੇ ਕੁਝ ਪਤਵੰਤੇ ਸਿੱਖਾਂ ਦੀ ਕਮੇਟੀ ਬਣ ਜਾਵੇ ਅਤੇ ਇਹ ਅਕਾਲ ਕਾਲਜ ਨੂੰ ਨਰੋਲ ਵਿੱਦਿਆ ਦਾ ਕੇਂਦਰ ਬਣਾਵੇ, ਤਦ ਦਾਸ ਕੌਂਸਲ ਵਿੱਚ ਸਾਰਾ ਜ਼ੋਰ ਦੇ ਕੇ ਗ੍ਰਾਂਟ ਜਾਰੀ ਕਰਾਉਣ ਦਾ ਯਤਨ ਕਰ ਸਕਦਾ ਹੈ। ਇਹ ਗੁਰਮਤਾ ਕਰਦੇ ਸਾਰ ਹੀ ਸੰਤ ਜੀ ਫਿਰ ਮੋਟਰ ਵਿੱਚ ਚੜ੍ਹ ਕੇ ਗੁਰਸਾਗਰ ਸਾਹਿਬ ਮਸਤੂਆਣੇ ਆ ਗਏ ਅਤੇ ਉੱਥੋਂ ਆਪਣੀ ਕੋਠੀ ਵਿੱਚ ਭਾਈ ਨਿਰੰਜਨ ਸਿੰਘ ਸਕੱਤਰ ਅਤੇ ਸੋਢੀ ਚਰਨ ਸਿੰਘ ਜੀ ਪ੍ਰਿੰਸੀਪਲ ਨਾਲ ਸਲਾਹ ਕਰਕੇ 17 ਸੱਜਣਾਂ ਦੀ ਕਮੇਟੀ ਬਣਾਈ। ਇਸ ਵਿੱਚ ਤਿੰਨੇ ਰਿਆਸਤਾਂ ਨਾਭਾ, ਪਟਿਆਲਾ, ਜੀਂਦ ਅਤੇ ਪੰਜਾਬ ਦੇ ਪਤਵੰਤਿਆਂ ਦੇ ਨਾਮ ਦਰਜ ਸਨ। ਮਿਸਾਲ ਦੇ ਤੌਰ 'ਤੇ ਇਹਨਾਂ ਵਿੱਚ ਸਰਦਾਰ ਫਤਿਹ ਸਿੰਘ ਬਡਰੁੱਖਾ ਅਤੇ ਸਰਦਾਰ ਜੋਗਿੰਦਰ ਸਿੰਘ ਕੌਂਸਲ ਆਫ ਸਟੇਟ ਦੇ ਮੈਂਬਰ ਸਨ। ਫਰਿਸ਼ਤ ਉਸ ਵੇਲੇ ਸਾਰਿਆਂ ਨੇ ਪ੍ਰਵਾਨ ਕਰ ਲਈ ਅਤੇ ਅੱਜ ਸੰਤ ਜੀ ਮਹਾਰਾਜ ਨੇ ਭਾਈ ਨਿਰੰਜਨ ਸਿੰਘ ਤੇ ਸੋਢੀ ਚਰਨ ਸਿੰਘ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਸਾਡੀ ਤਰਫੋਂ ਇਹ ਫਰਿਸ਼ਤ ਸਰਦਾਰ ਗੁਰਦਿਆਲ ਸਿੰਘ ਪਾਸ ਪਹੁੰਚਾ ਦੇਵੋ। ਪਰ ਕਰਤਾਰ ਦੀ ਨੇਤ ਪਿੱਛੋਂ ਸੰਤ ਜੀ ਮਹਾਰਾਜ ਦੇ ਹੁਕਮ ਦੀ ਤਾਮੀਲ ਨਾ ਕੀਤੀ ਗਈ। ਪ੍ਰੇਮੀ ਆਪਣੀ ਮਾਣ ਵਡਿਆਈ ਅਤੇ ਈਰਖਾ ਦੇ ਵਸ ਹੋ ਗਏ ਅਤੇ ਆਸ਼ਰਮ ਦੀ ਉੱਨਤੀ ਦਾ ਖਿਆਲ ਪਿੱਛੇ ਪੈ ਗਿਆ। ਸੰਤ ਜੀ ਮਹਾਰਾਜ ਤਾਂ ਆਪਣਾ ਯਤਨ ਪੂਰਾ ਕਰਕੇ ਫਿਰ ਉਸ ਵੇਲੇ ਲੋਹ ਸ਼ਿਮਲੀ ਜਾਣ ਲਈ ਮੋਟਰ 'ਤੇ ਸਵਾਰ ਹੋ ਗਏ। ਸੰਤ ਤੇਜਾ ਸਿੰਘ ਨੂੰ ਡਰਾਈਵਰ ਦੇ ਨਾਲ ਬਹਿਣ ਦਾ ਹੁਕਮ ਹੋਇਆ ਤੇ ਭਾਈ ਰਾਮ ਸਿੰਘ ਗੜਵਈ ਦੇ ਨਾਲ ਸੰਤ ਜੀ ਮੋਟਰ ਦੇ ਅੰਦਰ ਬੈਠ ਗਏ। ਸੰਗਰੂਰ ਨਹਿਰ 'ਤੇ ਪੁੱਜ ਕੇ ਇਹ ਗੁਰਮਤਾ ਹੋਇਆ ਕਿ ਹੁਣ ਮੋਟਰ ਨੂੰ ਸਿੱਧਾ ਲੋਹ ਸ਼ਿਮਲੀ ਲੈ ਜਾਣ ਦਾ ਵਕਤ ਨਹੀਂ, ਧੂਰੀ ਜਾ ਕੇ ਗੱਡੀ ਪਕੜ ਲਈ ਜਾਵੇ। ਉਸੇ ਵੇਲੇ ਸੂਏ ਦੀ ਪਟੜੀ 'ਤੇ ਮੋਟਰ ਲੱਡੇ ਵੱਲ ਮੋੜ ਲਈ। ਉਹਨਾਂ ਦਿਨਾਂ ਵਿੱਚ ਜਿੱਥੇ ਅੱਜ ਕੱਲ੍ਹ ਮਹਾਰਾਜਾ ਪਟਿਆਲਾ ਦੀ ਕੋਠੀ ਹੈ, SDO ਦਾ ਬੰਗਲਾ ਹੁੰਦਾ ਸੀ। ਜਦ ਉੱਥੇ ਪੁੱਜੇ ਤਾਂ ਡਰਾਈਵਰ ਨੂੰ ਸੰਤ ਜੀ ਮਹਾਰਾਜ ਨੇ ਖੜਾ ਹੋਣ ਦਾ ਹੁਕਮ ਦਿੱਤਾ ਅਤੇ ਫਿਰ ਇੱਕ ਕੋਠੀ ਦੇ ਪ੍ਰੇਮੀ ਨੂੰ ਸੰਤ ਜੀ ਨੇ ਪੁੱਛਿਆ, ਭਾਈ ਸਰਦਾਰ ਆਤਮਾ ਸਿੰਘ ਇੰਜੀਨੀਅਰ ਇੱਥੇ ਹੀ ਹਨ? ਉਸਨੇ ਆਖਿਆ, ਨਹੀਂ ਮਹਾਰਾਜ, ਦੌਰੇ 'ਤੇ ਗਏ ਹਨ। ਇਹ ਸੁਣ ਸੰਤ ਜੀ ਨੇ ਡਰਾਈਵਰ ਨੂੰ ਅੱਗੇ ਤੁਰਨ ਲਈ ਆਗਿਆ ਕੀਤੀ। ਅਜੇ ਕੋਈ 2-4 ਫਰਲਾਂਗ ਹੀ ਲੰਘੇ ਸਨ ਕਿ ਸਾਹਮਣੇ ਅਚਾਨਕ ਇੱਕ ਜਗ੍ਹਾ ਨਹਿਰ ਦੀ ਪਟੜੀ ਨਾਲ ਰੁੱਖ ਲਗਾਉਣ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤੀਕਰ ਪੁੱਟੀ ਹੋਈ ਨਜ਼ਰ ਆਈ। ਡਰਾਈਵਰ ਨੇ ਮੋਟਰ ਨੂੰ ਖੜਾ ਕਰਨ ਦਾ ਯਤਨ ਕੀਤਾ, ਪਰ ਇਸ ਦੇ ਬ੍ਰੇਕ ਵਿਗੜੇ ਹੋਏ ਸਨ। ਉਹਦੀ ਕੋਈ ਵਾਹ ਨਾ ਚੱਲੀ। ਫੱਟ ਮੋਟਰ ਖਾਲ ਵਿੱਚ ਡਿੱਗ ਪਈ ਤੇ ਇੱਕ ਡਾਢਾ ਹੁਚਕਾ ਮਾਰ ਕੇ ਫਿਰ ਦੂਜੇ ਪਾਸੇ ਆ ਕੇ ਖਲੋ ਗਈ। ਸੰਤ ਜੀ ਮਹਾਰਾਜ ਨੇ ਫਰਮਾਇਆ, ਤੇਜਾ ਸਿੰਘ, ਭਾਈ ਰਾਮ ਸਿੰਘ ਨੂੰ ਡਾਢੀ ਸੱਟ ਲੱਗੀ ਹੈ, ਇਹਨਾਂ ਦਾ ਲੱਕ ਚੰਗੀ ਤਰ੍ਹਾਂ ਕੁੱਟੋ। ਹੁਕਮ ਮੰਨ ਕੇ ਦਾਸ ਨੇ ਇਹ ਸੇਵਾ ਕੀਤੀ ਤੇ ਕੁਝ ਮਿੰਟਾਂ ਪਿੱਛੋਂ ਮੋਟਰ ਧੂਰੀ ਵੱਲ ਟੁਰ ਪਈ। ਜਦ ਇੱਥੇ ਪੁੱਜੇ ਤਾਂ ਮੋਟਰ ਤੋਂ ਉਤਰ ਕੇ ਸੰਤ ਜੀ ਵੇਟਿੰਗ ਰੂਮ ਵੱਲ ਜਾਣ ਲੱਗੇ ਤਦ ਤੋਰ ਤੋਂ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਨੂੰ ਵੀ ਡਾਢੀ ਜਰਬ ਆਈ ਹੈ। ਪਰ ਧੰਨ ਹਨ ਸਾਧ ਜਨ,
ਆਪਣੀ ਬਾਬਤ ਕੁਛ ਨਹੀਂ ਆਖਿਆ। ਭਾਈ ਰਾਮ ਸਿੰਘ ਜੀ ਬੜੇ ਪ੍ਰੇਮ ਨਾਲ ਟਹਿਲ ਕਰਾਈ। ਜਦ ਵੇਟਿੰਗ ਰੂਮ ਵਿੱਚ ਆਏ ਤਾਂ ਇੱਕ ਸੋਫੇ 'ਤੇ ਬਸਤਰ ਵਿਛਾ ਸੰਤ ਜੀ ਨੂੰ ਲਿਟਾ ਦਿੱਤਾ ਤੇ ਦਾਸ ਨੇ ਕਮਰ ਅਤੇ ਮੋਢਿਆਂ ਨੂੰ ਚੰਗੀ ਤਰ੍ਹਾਂ ਘੁੱਟਿਆ। ਗੱਡੀ ਆਉਣ 'ਤੇ ਇਸ ਵਿੱਚ ਸਵਾਰ ਹੋ ਗਏ ਤੇ ਰਾਜੇ ਰਾਜਪੁਰੇ ਆ ਪਹੁੰਚੇ। ਇੱਥੋਂ ਅੰਬਾਲੇ ਵੱਲੋਂ ਦੂਜੀ ਗੱਡੀ ਪਕੜਨੀ ਸੀ। ਕੁਝ ਚਿਰ ਪਲੇਟਫਾਰਮ 'ਤੇ ਬੈਠਣਾ ਪਿਆ। ਗੱਡੀ ਆਉਣ ਵਿੱਚ ਦੇਰ ਦੇ ਕਾਰਨ ਸੰਤ ਜੀ ਦਾਸ ਦੇ ਨਾਲ ਇੱਕ ਪਾਸੇ ਜੰਗਲ ਪਾਣੀ ਗਏ। ਰਾਹ ਜਾਂਦਿਆਂ ਇਕਾਂਤ ਸਮਾਂ ਦੇਖ ਕੇ ਦਾਸ ਨੇ ਪੁੱਛਿਆ, ਸੱਚੇ ਪਾਤਸ਼ਾਹ, ਕਿਧਰੇ ਪਰ ਉਪਕਾਰ ਹਿਤ ਹਜ਼ੂਰ ਨੇ ਕਿਸੇ ਦਾ ਭਾਰ ਤਾਂ ਆਪਣੇ ਸਰੀਰ ਤੇ ਨਹੀਂ ਲੈ ਲਿਆ? ਸੰਤ ਜੀ ਮਹਾਰਾਜ ਮੁਸਕਰਾਏ ਤੇ ਆਖਿਆ, ਹਾਂ ਭਾਈ, ਕਰਨਾ ਹੀ ਲੱਗਦਾ ਹੈ। ਇੱਥੋਂ ਗੱਡੀ ਚੜ੍ਹ ਕੇ ਅੰਬਾਲੇ ਪੁੱਜੇ ਤੇ ਸਟੇਸ਼ਨ ਤੋਂ ਤਾਂਗਾ ਕਰ ਲੋ ਸ਼ਿਮਲੀ ਆ ਗਏ। ਅੱਗੇ ਸੰਗਤ ਅਤੇ ਸਰਦਾਰ ਬਹੁਤ ਉਡੀਕ ਕਰ ਰਹੇ ਸਨ। ਦਰਸ਼ਨ ਕਰਦਿਆਂ ਹੀ ਉਹਨਾਂ ਨੂੰ ਚਾਉ ਚੜ੍ਹ ਗਿਆ ਤੇ ਪ੍ਰੇਮ ਉਤਸ਼ਾਹ ਨਾਲ ਸੇਵਾ ਕੀਤੀ। ਲੋ ਸ਼ਿਮਲੀ ਰੋਜ਼ ਸਵੇਰੇ ਸ਼ਾਮ ਦੀਵਾਨ ਸਜਦੇ। ਸੰਤ ਜੀ ਮਹਾਰਾਜ ਵੀ ਦਰਸ਼ਨ ਦਿੰਦੇ, ਪਰ ਜਦ ਕਦੀ ਸਰੀਰ ਨੂੰ ਜ਼ਿਆਦਾ ਤਕਲੀਫ ਹੁੰਦੀ ਤਾਂ ਆਪਣਾ ਪਹਿਰਾ ਦਾਸ ਨੂੰ ਬਖਸ਼ਦੇ। ਇੱਕ ਦਿਨ ਸਵੇਰ ਦੇ ਦੀਵਾਨ ਮਗਰੋਂ ਸੰਤ ਜੀ ਮਹਾਰਾਜ ਤਾਂ ਆਪਣੇ ਆਸਣ ਤੇ ਗਏ ਅਤੇ ਜਥੇ ਦੇ ਸਰੀਰ ਜਲ ਪਾਣੀ ਛਕ ਕੇ ਬਾਹਰ ਫਿਰਨ ਤੇ ਮੈਦਾਨ ਖੇਡਣ ਲਈ ਚਲੇ ਗਏ। ਦਾਸ ਵੀ ਇਹਨਾਂ ਨਾਲ ਬਾਹਰ ਆ ਗਿਆ। ਥੋੜੇ ਚਿਰ ਪਿੱਛੋਂ ਜਦ ਦਾਸ ਮੁੜ ਕੇ ਆਇਆ ਤਾਂ ਚਿੱਤ ਵਿੱਚ ਸੰਤ ਜੀ ਦੇ ਦਰਸ਼ਨ ਤੇ ਬਚਨ ਬਿਲਾਸ ਦੀ ਖਿੱਚ ਹੋਈ। ਜਦ ਬੂਹੇ ਅੱਗੇ ਗਿਆ ਤਾਂ ਦਰਵਾਜ਼ਾ ਭਿੜਿਆ ਹੋਇਆ ਸੀ। ਦਾਸ ਝਿਜਕ ਕੇ ਬਾਹਰ ਹੀ ਖਲੋ ਗਿਆ। ਅੰਦਰੋਂ ਸੰਤ ਜੀ ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਆ ਜਾਓ। ਜਦ ਦਾਸ ਅੰਦਰ ਗਿਆ ਤਦ ਸੰਤ ਬਾਲੂ ਰੇਤੇ ਤੇ ਲੇਟੇ ਹੋਏ ਇੱਕ ਪ੍ਰੇਮੀ ਪਾਸੋਂ ਲੱਕ ਦੀ ਮਾਲਿਸ਼ ਕਰਵਾ ਰਹੇ ਸਨ। ਦਾਸ ਵੀ ਉਹਨਾਂ ਦੇ ਚਰਨਾਂ ਦੇ ਪਾਸ ਰੇਤੇ ਤੇ ਬੈਠ ਗਏ। ਸਹਿਜ ਸੁਭਾਏ ਸੰਤ ਜੀ ਬੋਲੇ, ਭਾਈ ਤੇਜਾ ਸਿੰਘ, ਦੁਨੀਆ ਦੇ ਲੋਕ ਚਾਹੁੰਦੇ ਹਨ ਕਿ ਸੰਤ ਸਾਡੇ ਬਲਦ ਬਣ ਜਾਣ। ਭਾਈ, ਜੇ ਕਿਸੇ ਸਮੁੰਦਰ ਦੇ ਕਿਨਾਰੇ ਦੇ ਸ਼ਹਿਰ ਵਿੱਚ ਜਾਓ ਤਾਂ ਉੱਥੇ ਜਹਾਜ਼ ਲੱਗਣ ਦੇ ਘਾਟ ਦੇ ਰਾਹ ਵਾਲੇ ਪਾਣੀ ਵਿੱਚ ਲੋਹੇ ਦੇ ਢੋਲ ਖੜੇ ਨਜ਼ਰ ਆਉਂਦੇ ਹਨ। ਇਹ ਢੋਲ ਪਹਿਲਾਂ ਜਹਾਜ਼ ਚਲਾਉਣ ਵਾਲਿਆਂ ਨੇ ਬੜੇ ਗਹੁ ਅਤੇ ਯਤਨ ਨਾਲ ਜਹਾਜ਼ ਚਲਾ ਕੇ ਅਤੇ ਦੇਖ ਕੇ ਕਿ ਕਿੱਥੇ ਲੁਕੀ ਹੋਈ ਚਟਾਨ ਹੈ ਤੇ ਕਿੱਥੇ ਰੇਤ ਦੀ ਜੇਲਣ ਹੈ, ਗੱਡੇ ਹਨ। ਹੁਣ ਜਿਹੜਾ ਜਹਾਜ਼ ਇਹਨਾਂ ਢੋਲਾਂ ਦੇ ਵਿਚਕਾਰਲੇ ਰਸਤੇ ਵਿੱਚੋਂ ਲੰਘ ਜਾਏ ਉਹ ਸਹੀ ਸਲਾਮਤ ਘਾਟ ਤੇ ਲੱਗ ਜਾਂਦਾ ਹੈ ਅਤੇ ਆਪਣੀ ਮੰਜ਼ਿਲ ਤੇ ਅੱਪੜ ਜਾਂਦਾ ਹੈ। ਇਸੇ ਤਰ੍ਹਾਂ ਸੰਤ ਭਾਵ ਸਾਗਰ ਤੋਂ ਪਾਰ ਲੰਘੇ ਹੋਏ ਹਨ। ਉਹ ਜਗਿਆਸੂ ਲਈ ਕਾਨੇ ਗੱਡ ਦਿੰਦੇ ਹਨ ਅਤੇ ਦੱਸਦੇ ਹਨ ਕਿ ਭਾਈ, ਇੱਥੇ ਹੰਕਾਰ ਚਟਾਨ ਹੈ ਤੇ ਇੱਥੇ ਕਾਮ, ਇੱਥੇ ਕ੍ਰੋਧ ਤੇ ਇੱਥੇ ਲੋਭ ਦੀ ਘੁੰਮਣ ਘੇਰੀ। ਜਿਹੜਾ ਪ੍ਰਾਣੀ ਇਹਨਾਂ ਨਿਸ਼ਾਨਾਂ ਵਿੱਚੋਂ ਦੱਸੀ ਹੋਈ ਜੁਗਤ ਅਨੁਸਾਰ ਲੰਘ ਨਿਕਲੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸੰਤ ਰਸਤਾ ਹੀ ਦੱਸ ਸਕਦੇ ਹਨ, ਬਾਕੀ ਬਚਨ ਮੰਨ ਕੇ ਕਮਾਈ ਕਰਨਾ ਜਗਿਆਸੂ ਦਾ ਕੰਮ ਹੈ। ਲੋ ਸ਼ਿਮਲੀ ਜ਼ਿਲ੍ਹਾ ਅੰਬਾਲਾ ਤੋਂ ਸੰਤ ਜੀ ਮਹਾਰਾਜ ਪ੍ਰੇਮੀਆਂ ਦੀ ਬੇਨਤੀ ਪੂਰੀ ਕਰਨ ਹਿੱਤ ਸਰਦਾਰ ਗੁਰਬਖਸ਼ ਸਿੰਘ ਮਾਨਸ਼ਾਹੀਆ ਦੀ ਕੋਠੀ ਪਟਿਆਲੇ ਆਏ। 1-2 ਕੁ ਮਹੀਨੇ ਟਿਕੇ। ਸਵੇਰੇ ਸ਼ਾਮ ਦੋਵੇਂ ਵੇਲੇ ਕੋਠੀ ਦੇ ਖੁੱਲ੍ਹੇ ਚੌਗਾਨ ਵਿੱਚ ਹੀ ਦੀਵਾਨ ਸਜਦਾ। ਸੰਗਤਾਂ ਹੁਮਾ ਕੇ ਆਉਂਦੀਆਂ। ਅੰਮ੍ਰਿਤ ਵੇਲੇ ਦੀਵਾਨ ਦੇ ਭੋਗ ਮਗਰੋਂ ਦਾਸ ਜਲ ਪਾਣੀ ਛਕ ਕੇ ਨਿੱਤ 2 ਕੁ ਮੀਲ ਦੇ ਫਾਸਲੇ ਤੇ ਇਕਾਂਤ ਜੰਗਲ ਵਿੱਚ ਜਾਂਦਾ ਅਤੇ ਜਿਹੜੀ ਸਿੱਖਿਆ ਸੰਤ ਜੀ ਮਹਾਰਾਜ ਦਿੰਦੇ ਉਸ ਦਾ ਬਰਾਬਰ ਅਭਿਆਸ ਕਰਦਾ। ਲੰਗਰ ਦੇ ਵਕਤ ਕਦੀ ਪੰਗਤ ਲੱਗਣ ਦੇ ਵੇਲੇ ਕਦੀ ਪਿੱਛੋਂ ਹਾਜ਼ਰ ਹੋ ਜਾਂਦਾ। 1-2 ਵਾਰੀ ਪ੍ਰੇਮੀਆਂ ਨੇ ਟੋਕਿਆ, ਤੇਜਾ ਸਿੰਘ ਪੰਗਤ ਵਿੱਚ ਨਹੀਂ ਅੱਪੜਦਾ। ਸੰਤ ਜੀ ਮਹਾਰਾਜ ਨੇ ਫਰਮਾਇਆ, ਇਹ ਆਪਣੀ ਕਾਰੇ ਲੱਗੇ ਹੋਏ ਹਨ, ਸਹਿਜ ਸੁਭਾਏ ਜਦੋਂ ਆ ਜਾਣ ਉਦੋਂ ਹੀ ਠੀਕ ਹੈ। ਇੱਕ ਦਿਨ ਸ਼ਾਮ ਨੂੰ ਦੀਵਾਨ ਲੱਗਿਆ ਹੋਇਆ ਸੀ। 1000 ਤੋਂ ਵੱਧ ਸੰਗਤ ਜੁੜੀ ਹੋਈ ਸੀ। ਕੋਠੀ ਦੇ ਨਾਲ ਹੀ 40 ਕੁ ਗਜ਼ ਦੇ ਫਾਸਲੇ ਤੇ ਰੇਲ ਦੀ ਲਾਈਨ ਸੀ। ਐਨ ਭਰੇ ਦੀਵਾਨ ਦੇ ਸਮੇਂ ਇੱਕ ਮਾਲ ਗੱਡੀ ਲੰਘੀ। ਸਾਰੇ ਮਾਈ ਭਾਈ ਦਾ ਧਿਆਨ ਗੱਡੀ ਵੱਲ ਚਲਾ ਗਿਆ। ਕੋਈ ਵਿਰਲਾ ਵਿੱਚ ਹੀ ਸ਼ਬਦ ਦੇ ਰੰਗ ਵਿੱਚ ਮਸਤ ਰਿਹਾ। ਜਦੋਂ ਗੱਡੀ ਲੰਘ ਗਈ ਤਾਂ ਸੰਤ ਜੀ ਮਹਾਰਾਜ ਨੇ ਸ਼ਬਦ ਨੂੰ ਵਿੱਚੋਂ ਹੀ ਛੱਡ ਕੇ ਫਰਮਾਇਆ, ਸ਼ਬਦ ਕੀਰਤਨ ਦਾ ਅਸਲੀ ਮੰਤਵ ਇਹ ਹੈ ਕਿ ਦ੍ਰਿਸ਼ਟ ਮਾਨ ਤੋਂ ਬਿਰਤੀ ਦੂਰ ਹੋ ਕੇ ਅੰਤਰ ਆਤਮੇ ਜੁੜ ਜਾਵੇ। ਪ੍ਰੇਮੀਓ, ਇੱਕ ਮਾਮੂਲੀ ਜਿਹੀ ਗੱਲ ਦੇ ਹੋਣ ਤੇ ਜਿਹੜੀ ਤੁਸੀਂ ਰੋਜ਼ ਦੇਖਦੇ ਹੋ ਤੁਹਾਡੇ ਧਿਆਨ ਉਖੜ ਗਏ ਹਨ, ਇਹ ਠੀਕ ਨਹੀਂ। ਤਕੜੇ ਰਿਹਾ ਕਰੋ, ਭਾਵੇਂ ਕੋਈ ਬਾਹਰ ਮੁਖੀ ਖੇਡ ਵਰਤੇ, ਸ਼ਬਦ ਦਾ ਧਿਆਨ ਨਾ ਛੱਡਿਆ ਕਰੋ। ਇੱਕ ਵਾਰੀ ਸਤਿਗੁਰੂ ਕਲਗੀ ਵਾਲੇ ਦਾ ਦੀਵਾਨ ਅਨੰਦਪੁਰ ਸਾਹਿਬ ਸੱਜਿਆ ਹੋਇਆ ਸੀ ਤੇ ਦੋਵੇਂ ਪਾਸਿਓਂ ਦੁਸ਼ਮਣ ਵੱਲੋਂ ਗੋਲੀ ਚੱਲ ਰਹੀ ਸੀ। ਦੀਵਾਨ ਵਿੱਚ ਇੱਕ ਗੋਲੀ ਸਿੰਘ ਦੇ ਕੋਲੋਂ ਲੰਘੀ। ਉਸ ਨੇ ਆਪਣਾ ਗੋਡਾ ਚੁੱਕ ਲਿਆ। ਦਸ਼ਮੇਸ਼ ਪਿਤਾ ਨੇ ਫਰਮਾਇਆ, ਭਾਈ, ਸਿੱਖ ਦਾ ਧਰਮ ਹੈ ਕਿ ਭਾਵੇਂ ਗੋਲੀ ਸਰੀਰ ਵਿੱਚੋਂ ਪਾਰ ਲੰਘ ਜਾਵੇ, ਸ਼ਬਦ ਕੀਰਤਨ ਤੋਂ ਬਿਰਤੀ ਨਾ ਉਖੜੇ।
ਇਹ ਸਰੀਰ ਅਨਿੱਤ ਹੈ, ਜੇ ਕੀਰਤਨ ਕਰਦਿਆਂ ਹੋਇਆਂ ਸਰੀਰ ਛੁੱਟ ਜਾਵੇ ਤਾਂ ਪੂਰਨ ਭਾਗ। ਧ੍ਰਿਗ ਹੈ ਉਹ ਸਿੱਖ ਜਿਹੜਾ ਆਪਣੇ ਕਿਸੇ ਅੰਗ ਨੂੰ ਫਰਕਣ ਦੇਵੇ। ਸਾਰੀ ਸੰਗਤ ਨੇ ਸੰਤ ਜੀ ਮਹਾਰਾਜ ਦੀ ਗੱਲ ਬੜੇ ਪ੍ਰੇਮ ਨਾਲ ਸੁਣੀ ਅਤੇ ਇਸ ਪ੍ਰੇਮ ਭਰੀ ਤਾੜਨਾ ਮਗਰੋਂ ਕਈ ਵਾਰੀ ਗੱਡੀਆਂ ਲੰਘੀਆਂ, ਪਰ ਸੰਗਤ ਨੇ ਉੱਧਰ ਧਿਆਨ ਨਾ ਦਿੱਤਾ। ਇਸ ਤੋਂ 2 ਕੁ ਦਿਨ ਮਗਰੋਂ ਸੋਧਰ ਦਾ ਦੀਵਾਨ ਸਜਿਆ ਹੋਇਆ ਸੀ। ਸਾਧ ਸੰਗਤ ਸ਼ਬਦ ਦਾ ਰੰਗ ਮਾਣ ਰਹੀ ਸੀ। ਸ਼ਬਦ ਕੀਰਤਨ ਦਾ ਭੋਗ ਸੰਤ ਜੀ ਮਹਾਰਾਜ ਨੇ ਰਹਿਰਾਸ ਸਾਹਿਬ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਪਾ ਦਿੱਤਾ ਅਤੇ ਦਾਸ ਨੂੰ ਫਰਮਾਇਆ, ਭਾਈ ਦੂਜੀ ਬੋਲੀ ਵਿੱਚ ਕੁਝ ਸੁਣਾਓ। ਇਹ ਇਸ਼ਾਰਾ ਸਮਝ ਕੇ ਦਾਸ ਨੇ ਅੰਗਰੇਜ਼ੀ ਵਿੱਚ ਜੋ ਸਤਿਗੁਰੂ ਨੇ ਅਖਵਾਇਆ ਸਾਧ ਸੰਗਤ ਦੀ ਭੇਟਾ ਕਰ ਦਿੱਤਾ। ਜਦ ਲੈਕਚਰ ਸੰਪੂਰਨ ਹੋਇਆ ਤਾਂ ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ ਬੋਲੀ ਤਾਂ ਸਮਝ ਨਹੀਂ ਆਈ, ਪਰ ਲਹਿਰ ਖੂਬ ਚੱਲੀ, ਬੜਾ ਆਨੰਦ ਆਇਆ। ਹੁਣ ਸਰਦਾਰ ਧਰਮ ਸਿੰਘ ਕੋਲ ਵੱਲੋਂ ਚਿੱਠੀ ਪੱਤਰ ਸ਼ੁਰੂ ਹੋ ਗਿਆ ਕਿ ਮਹਾਰਾਜ ਜੀ ਦਿੱਲੀ ਜ਼ਰੂਰ ਦਰਸ਼ਨ ਦਿਓ। ਥੋੜ੍ਹੇ ਦਿਨਾਂ ਮਗਰੋਂ ਇੱਕ ਪ੍ਰੇਮੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਇੱਧਰ ਪਟਿਆਲੇ ਦੀ ਸਾਧ ਸੰਗਤ ਵਿੱਚ ਖਿੱਚ ਪਾਏ ਕਿ ਸੱਚੇ ਪਾਤਸ਼ਾਹ ਕੁਝ ਚਿਰ ਹੋਰ ਬਿਰਾਜੋ। ਉੱਧਰ ਦਿੱਲੀ ਦੇ ਪ੍ਰੇਮੀਆਂ ਦੀ ਖਿੱਚ, ਪਰ ਸਭ ਤੋਂ ਵੱਡੀ ਖਿੱਚ ਜਿਹੜੀ ਦਿੱਲੀ ਜਾ ਕੇ ਸਮਝ ਆਈ, ਭਾਈ ਹੀਰਾ ਸਿੰਘ ਰਾਗੀ ਦੇ ਗੁਪਤ ਅਰਦਾਸੇ ਦੀ ਸੀ। ਇਹ ਦਿੱਲੀ ਬੜੇ ਹੀ ਬਿਮਾਰ ਪਏ ਸਨ ਅਤੇ ਚਿੱਤ ਵਿੱਚ ਇਹ ਲਾਲਸਾ ਸੀ ਕਿ ਸੰਤ ਜੀ ਮਹਾਰਾਜ ਦੇ ਦਰਸ਼ਨ ਹੋ ਜਾਣ। ਨਿਤ ਅੰਤਰਾਤਮੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਜ਼ੋਈ ਕਰਦੇ ਕਿ ਆਪਣੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਵਾਓ। ਦਿੱਲੀ ਦੀ ਸੰਗਤ ਦੀ ਪ੍ਰੇਰਨਾ ਤੇ ਭਾਈ ਹੀਰਾ ਸਿੰਘ ਦੇ ਹਿਰਦੇ ਦੀ ਬੇਤਾਰ ਤਾਰ ਪ੍ਰਬਲ ਹੋ ਗਈ ਅਤੇ ਸੰਤ ਜੀ ਮਹਾਰਾਜ ਨੇ ਦਿੱਲੀ ਟੁਰਨ ਦੀ ਤਾਰੀਖ ਨਿਯਤ ਕਰ ਦਿੱਤੀ। ਪਟਿਆਲੇ ਦੇ ਫੌਜੀ ਸਿੱਖਾਂ ਨੂੰ ਸੰਤ ਜੀ ਮਹਾਰਾਜ ਨਾਲ ਬੜਾ ਪ੍ਰੇਮ ਸੀ। ਇਹਨਾਂ ਨੇ ਐਤਵਾਰ ਵਾਲੇ ਦਿਨ ਛੁੱਟੀ ਹੋਣ ਕਰਕੇ ਛਾਉਣੀ ਵਿੱਚ ਇੱਕ ਬੜਾ ਭਾਰੀ ਦੀਵਾਨ ਅਤੇ ਲੰਗਰ ਦਾ ਗੁਰਮਤਾ ਕੀਤਾ। ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨ ਦੇਣ ਲਈ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦਿੱਲੀ ਜਾਣ ਤੋਂ ਪਹਿਲਾਂ ਛਾਉਣੀ ਦੀ ਸੰਗਤ ਨੂੰ ਨਿਹਾਲ ਕਰ ਜਾਓ। ਬੇਨਤੀ ਪ੍ਰਵਾਨ ਹੋਈ ਅਤੇ ਨਿਯਤ ਦਿਨ ਛਾਉਣੀ ਵਿੱਚ ਇੱਕ ਖੁੱਲ੍ਹੇ ਘਾਹ ਵਾਲੇ ਮੈਦਾਨ ਵਿੱਚ ਇੱਕ ਸੁੰਦਰ ਸ਼ਾਮਿਆਨੇ ਹੇਠ ਬੜਾ ਭਾਰੀ ਦੀਵਾਨ ਸੱਜਿਆ। ਸ਼ਹਿਰ ਦੇ ਸਾਰੇ ਮਾਈ ਭਾਈ ਵੀ ਹਾਜ਼ਰ ਹੋਏ। ਆਸਾ ਜੀ ਦੀ ਵਾਰ ਦੇ ਮਗਰੋਂ ਕਥਾ ਹੋਈ, ਫਿਰ ਅਰਦਾਸਾ ਹੋ ਕੇ ਕੜਾਹ ਪ੍ਰਸ਼ਾਦ ਵਰਤਿਆ। ਫੌਜੀਆਂ ਵੱਲੋਂ ਬੇਨਤੀ ਹੋਈ ਕਿ ਗੁਰੂ ਦਾ ਲੰਗਰ ਤਿਆਰ ਹੈ, ਸਰਬੱਤ ਮਾਈ ਭਾਈ ਇੱਥੇ ਹੀ ਪ੍ਰਸ਼ਾਦ ਛਕਣ। ਲੰਗਰ ਵਰਤਣ ਦੇ ਮਗਰੋਂ ਸੰਗਤ ਨੇ ਕੁਝ ਚਿਰ ਆਰਾਮ ਕੀਤਾ। 4 ਵਜੇ ਸ਼ਾਮ ਦਾ ਦੀਵਾਨ ਸੱਜ ਗਿਆ। ਕਈ ਹਜ਼ਾਰ ਪ੍ਰੇਮੀ ਇੱਕ ਰਸ ਸ਼ਬਦ ਕੀਰਤਨ ਵਿੱਚ ਮਸਤ ਹੋ ਗਏ। ਪਹਿਲਾਂ ਫੌਜੀ ਜਥੇ ਨੇ ਬੜੇ ਪ੍ਰੇਮ ਨਾਲ ਕੀਰਤਨ ਕੀਤਾ ਅਤੇ ਫਿਰ ਸੰਤ ਜੀ ਮਹਾਰਾਜ ਨੇ ਸ਼ਬਦ ਦੀ ਘਨ ਘੋਰ ਬੰਨ੍ਹ ਦਿੱਤੀ। ਪਹਿਲਾਂ ਸੰਤ ਜੀ ਪੜ੍ਹਦੇ, ਉਹਨਾਂ ਦੇ ਮਗਰੋਂ ਸਾਰੇ ਪੁਰਸ਼ ਅਤੇ ਬੀਬੀਆਂ। ਇਸ ਤਰ੍ਹਾਂ 1.5 ਕੁ ਘੰਟਾ ਖੂਬ ਹੀ ਰੰਗ ਬਣਿਆ। ਸਭ ਦੇ ਰੋਮ ਰੋਮ ਵਿੱਚ ਗੁਰਬਾਣੀ ਘਰ ਕਰ ਗਈ। ਇਸ ਆਤਮ ਲਹਿਰ ਦੇ ਵਿਕੇ ਹੋਏ ਸਮੁੰਦਰ ਵਿੱਚ ਸੰਤ ਜੀ ਸ਼ਬਦ ਦੇ ਭੋਗ ਦੇ ਮਗਰੋਂ ਇੱਕਦਮ ਖੜੋ ਗਏ ਅਤੇ ਸੰਤ ਤੇਜਾ ਸਿੰਘ ਵੱਲ ਧਿਆਨ ਕਰਕੇ ਹੁਕਮ ਦਿੱਤਾ, ਉਸੇ ਬੋਲੀ ਵਿੱਚ ਸੁਣਾਓ। ਦਾਸ ਨੇ ਹੁਕਮ ਮੰਨ ਅੰਗਰੇਜ਼ੀ ਵਿੱਚ ਵਖਿਆਨ ਸ਼ੁਰੂ ਕਰ ਦਿੱਤਾ। ਸਾਧ ਸੰਗਤ ਵਿੱਚ ਇੱਕ ਅਚਰਜ ਰੰਗ ਬਣਿਆ। ਕਈ ਪ੍ਰੇਮੀ ਤਾਂ ਚਿੱਤ ਵਿੱਚ ਬੜੇ ਹੈਰਾਨ ਹੋਏ ਕਿ ਇਹ ਫਕਰ ਜਿਹਾ ਕਿੱਥੋਂ ਇੰਨੀ ਅੰਗਰੇਜ਼ੀ ਸਿੱਖ ਗਿਆ ਹੈ। ਦੀਵਾਨ ਦੇ ਮਗਰੋਂ ਇੱਕ ਦੂਜੇ ਨੂੰ ਪੁੱਛ ਕੇ ਸਭ ਨੂੰ ਪਤਾ ਲੱਗਾ ਕਿ ਇਹ ਤਾਂ ਬਖਸ਼ਿਸ਼ ਸਤਿਗੁਰੂ ਅਤੇ ਸੰਤ ਜੀ ਮਹਾਰਾਜ ਨੇ ਕੀਤੀ ਹੈ ਆਪਣੀ ਮਿਹਰ ਕਰਕੇ। ਨਾਮ ਬਾਣੀ ਦੀ ਕਣੀ ਬਖਸ਼ ਇਸ ਮਗਰਬੀ ਵਿੱਦਿਆ ਦੇ ਕੱਚੇ ਸੰਖੀਏ ਨੂੰ ਵੀ ਆਪਣੇ ਘਰ ਵਿੱਚ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਦੀ ਮਿਸਾਲ ਤਿਆਰ ਕੀਤੀ ਹੈ। ਹੁਣ ਦਿੱਲੀ ਵੱਲ ਟੁਰਨ ਦਾ ਦਿਨ ਆ ਗਿਆ। ਜਾਣ ਤੋਂ ਪਹਿਲਾਂ ਅਖੀਰਲੇ ਦੀਵਾਨ ਵਿੱਚ ਸੰਤ ਜੀ ਮਹਾਰਾਜ ਨੇ ਇਸ ਧਾਰਨਾ ਨਾਲ ਹੇਠ ਦਿੱਤਾ ਸ਼ਬਦ ਪੜ੍ਹਿਆ, ਕਦੀ ਹੋਣਗੇ ਸੰਜੋਗੀ ਮੇਲੇ ਪਿਆਰੀਆਂ ਸੰਗਤਾਂ ਦੇ, ਕਦੀ ਹੋਣਗੇ ਸੰਜੋਗੀ ਮੇਲੇ। ਦਿੱਲੀ ਪੁੱਜਿਆਂ ਅਜੇ 2 ਕੁ ਦਿਨ ਹੀ ਹੋਏ ਸਨ ਕਿ ਭਾਈ ਹੀਰਾ ਸਿੰਘ ਜੀ ਰਾਗੀ ਨੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਅੰਮ੍ਰਿਤ ਵੇਲੇ ਬੇਨਤੀ ਕਰ ਭੇਜੀ, ਸੱਚੇ ਪਾਤਸ਼ਾਹ ਨਿਮਾਣੇ ਦਾਸ ਨੂੰ ਜ਼ਰੂਰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰੋਂ ਸੰਤ ਜੀ ਭਾਈ ਰਾਮ ਸਿੰਘ ਗੜਵਈ ਅਤੇ ਦਾਸ ਨੂੰ ਲੈ ਮੋਟਰ ਚੜ੍ਹ ਸਿੱਧਾ ਮਲਕ ਤੇਜਾ ਸਿੰਘ ਜੀ ਇੰਜੀਨੀਅਰ ਦੀ ਕੋਠੀ ਆਏ ਅਤੇ ਉਤਰਦਿਆਂ ਹੀ ਭਾਈ ਹੀਰਾ ਸਿੰਘ ਜੀ ਦੇ ਕਮਰੇ ਵਿੱਚ ਚਲੇ ਗਏ। ਇੱਥੇ ਭਾਈ ਹੀਰਾ ਸਿੰਘ ਜੀ ਪਹਿਲਾਂ ਹੀ ਤਿਆਰੀ ਕਰੀ ਬੈਠੇ ਸਨ। ਮਰਿਆਦਾ ਪੂਰਵਕ ਇੱਕ ਸੁੰਦਰ ਦਰੀ ਤੇ ਆਸਨ ਵਿਛਾਇਆ ਹੋਇਆ ਸੀ। ਸੰਤ ਜੀ ਮਹਾਰਾਜ ਨੂੰ ਦੇਖਦੇ ਸਾਰ ਹੀ ਹੀਰਾ ਸਿੰਘ ਜੀ ਦਾ ਚਿਹਰਾ ਖਿੜ ਗਿਆ। ਇਹ ਹੱਥ ਜੋੜ ਕੇ ਖੜੇ ਹੋ ਗਏ ਤੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਸੰਤ ਜੀ ਆਸਨ ਤੇ ਸੱਜ ਗਏ। ਭਾਈ ਹੀਰਾ ਸਿੰਘ ਜੀ, ਉਹਨਾਂ ਦੇ ਸੰਬੰਧੀ ਅਤੇ ਸੰਤ ਜੀ ਸੇਵਕ ਦੇ
ਸੰਤ ਜੀ ਮਹਾਰਾਜ ਦੇ ਸੇਵਕ ਦਰੀ ਤੇ ਬੈਠ ਗਏ। 1-2 ਮਿੰਟ ਸਾਰੇ ਪ੍ਰੇਮ ਦੇ ਰੰਗ ਵਿੱਚ ਮਸਤ ਰਹੇ। ਫਿਰ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਹੀਰਾ ਸਿੰਘ ਜੀ, ਜਦ ਤੁਸੀਂ ਸਾਡੇ ਪਾਸ ਗੁਰਸਾਗਰ ਸਾਹਿਬ ਮਸਤੂਆਂ ਨੇ 3 ਕੁ ਸਾਲ ਸੇਵਾ ਵਿੱਚ ਹਾਜ਼ਰ ਰਹੇ ਸੀ, ਤਦ ਅਸਾਂ ਤੁਹਾਨੂੰ ਆਤਮ ਰਸ ਦਾ ਉਪਦੇਸ਼ ਦ੍ਰਿੜ ਕਰਾਇਆ ਸੀ। ਦੇਹ ਹੈ ਨਹੀਂ, ਆਤਮਾ ਹੈ। ਤੁਸਾਂ ਇਸ ਨੂੰ ਕਿਉਂ ਨਹੀਂ ਪਕਾਇਆ? ਭਾਈ ਹੀਰਾ ਸਿੰਘ ਜੀ ਨੇ ਹੱਥ ਜੋੜ ਕੇ ਆਪਣਾ ਦਿਲ ਖੋਲ੍ਹ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਆਖਿਆ, ਮਹਾਰਾਜ ਜੀ, ਸੰਗਤਾਂ ਵਿੱਚ ਉਪਦੇਸ਼ ਤਾਂ ਮੈਂ ਇਸ ਗੱਲ ਦਾ ਹੀ ਕਰਦਾ ਰਿਹਾ ਹਾਂ, ਆਪਣੀ ਬਿਰਤੀ ਇੱਥੇ ਨਹੀਂ ਚੜ੍ਹੀ। ਜਦੋਂ ਕੋਈ ਜੂੰ ਵੀ ਖੁਰਕਦਾ ਸੀ ਤਾਂ ਚਿੱਤ ਵਿੱਚ ਖਿਆਲ ਆ ਜਾਂਦਾ ਸੀ ਕਿ ਦਮੜਾ ਅਰਦਾਸ ਕਰਾਉਣ ਲੱਗਾ ਹੈ। ਨਾਲ ਹੀ ਸਾਧ ਸੰਗਤ ਵੀ ਸਾਰੀ ਉਮਰ ਮੇਰੇ ਪਾਸੋਂ ਮਾਇਆ ਦੀ ਅਪੀਲ ਦੀ ਸੇਵਾ ਲੈਂਦੀ ਰਹੀ। ਇਹਨਾਂ ਕਾਰਨਾਂ ਕਰਕੇ ਹਜ਼ੂਰ ਦਾ ਆਤਮ ਰਸ ਦਾ ਉਪਦੇਸ਼ ਨਹੀਂ ਪਕਾ ਸਕਿਆ। ਭਾਈ ਹੀਰਾ ਸਿੰਘ ਜੀ ਦੇ ਇਸ ਅੰਦਰੋਂ ਬਾਹਰੋਂ ਇੱਕ ਹੋਣ ਨੇ ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਇੱਕ ਅਦੁੱਤੀ ਮਿਹਰ ਤੇ ਉਦਾਰਤਾ ਦੀ ਲਹਿਰ ਚਲਾ ਦਿੱਤੀ। ਚਿਹਰੇ ਤੇ ਰੱਬੀ ਨੂਰ ਚਮਕਣ ਲੱਗ ਪਿਆ। ਪੂਰਨ ਰੰਗ ਵਿੱਚ ਆ ਕੇ ਫਰਮਾਇਆ, ਭਾਈ ਹੀਰਾ ਸਿੰਘ ਜੀ, ਹੁਣ ਵੀ ਕੁਝ ਨਹੀਂ ਵਿਗੜਿਆ। ਤਕੜੇ ਹੋਵੋ ਤੇ ਇਹ ਦ੍ਰਿੜ ਕਰ ਲਵੋ, ਬਾਹਰਲਾ ਹੀਰਾ ਸਿੰਘ ਝੂਠਾ, ਅੰਦਰਲਾ ਹੀਰਾ ਸੱਚਾ। ਸੰਤ ਜੀ ਇਹ ਬਚਨ ਕਰ ਹੀ ਰਹੇ ਸਨ ਕਿ ਭਾਈ ਹੀਰਾ ਸਿੰਘ ਦੀ ਸਿੰਘਣੀ ਬੜੀ ਮੋਹ ਭਰੀ ਆਵਾਜ਼ ਵਿੱਚ ਬੋਲ ਉੱਠੀ, ਮਹਾਰਾਜ ਜੀ, ਕਿਰਪਾ ਕਰੋ। ਇਹ ਗੱਲ ਸੁਣਦੇ ਸਾਰ ਹੀ ਪੂਰਨ ਜਲਾਲ ਵਿੱਚ ਬੋਲੇ, ਬੀਬੀ, ਕਿਰਪਾ ਕਰ ਰਹੇ ਹਾਂ। ਭਾਈ ਹੀਰਾ ਸਿੰਘ ਜੀ ਇਸ ਰਮਜ ਨੂੰ ਸਮਝ ਗਏ। ਆਪਣੀ ਮੋਹ ਅਧੀਨ ਸਿੰਘਣੀ ਨੂੰ ਚੁੱਪ ਕਰਾ ਕੇ ਬਾਹਰ ਭੇਜ ਦਿੱਤਾ। ਫਿਰ ਦੂਜੀ ਵਾਰੀ ਸੰਤ ਜੀ ਮਹਾਰਾਜ ਨੇ ਪੂਰੀ ਤਾਕਤ ਨਾਲ ਆਖ ਸੁਣਾਇਆ, ਭਾਈ ਹੀਰਾ ਸਿੰਘ ਜੀ, ਅੰਦਰਲਾ ਹੀਰਾ ਸੱਚਾ ਤੇ ਬਾਹਰਲਾ ਝੂਠਾ। ਕੁਝ ਅਸਰ ਦਾ ਘਾਟਾ ਅਨੁਭਵ ਕਰਕੇ ਤੀਜੀ ਵਾਰੀ ਸੰਤ ਜੀ ਮਹਾਰਾਜ ਨੇ ਠੋਕਰ ਮਾਰੀ, ਹੀਰਾ ਸਿੰਘ ਜੀ, ਅੰਦਰਲਾ ਹੀਰਾ ਸੱਚਾ, ਬਾਹਰਲਾ ਝੂਠਾ। ਇਸ ਦੇ ਮਗਰੋਂ ਸੰਤ ਜੀ ਮਹਾਰਾਜ ਚੁੱਪ ਕਰ ਗਏ ਤੇ ਆਪਣੇ ਆਪ ਵਿੱਚ ਮਸਤ ਹੋ ਕੇ ਬੈਠ ਗਏ। ਭਾਈ ਹੀਰਾ ਸਿੰਘ ਜੀ ਨੇ 2 ਕੁ ਮਿੰਟ ਮਗਰੋਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਿਰਤੀ ਇੱਥੇ ਨਹੀਂ ਚੜ੍ਹਦੀ। ਇਹ ਗੱਲ ਸੁਣ ਸੰਤ ਜੀ ਮਹਾਰਾਜ ਦੀ ਲਹਿਰ ਇੱਕ ਹੋਰ ਪਾਸੇ ਬਦਲ ਗਈ। ਆਖਣ ਲੱਗੇ, ਭਾਈ ਹੀਰਾ ਸਿੰਘ ਜੀ, ਜਦੋਂ ਭਾਈ ਭਗਤੂ ਜੀ ਦਾ ਅੰਤ ਸਮਾਂ ਆਇਆ ਤਾਂ ਉਹਨਾਂ ਨੂੰ ਅਤੀਸਰ ਲੱਗ ਗਏ, ਭਾਵ ਦਸਤ ਲੱਗ ਗਏ। ਸੇਵਕਾਂ ਨੇ ਹੱਥ ਜੋੜ ਕੇ ਬਿਨੇ ਕੀਤੀ, ਮਹਾਰਾਜ ਜੀ, ਤੁਸੀਂ ਸਾਡੇ ਨਾਲ ਬਚਨ ਕਰਦੇ ਸੀ ਕਿ ਤੁਹਾਨੂੰ ਛੁਡਾਵਾਂਗੇ, ਤੁਸੀਂ ਤਾਂ ਹੁਣ ਆਪ ਫਸੇ ਹੋਏ ਹੋ। ਇਹ ਬਚਨ ਸੁਣ ਭਾਈ ਭਗਤੂ ਜੀ ਮੁਸਕਰਾਏ ਤੇ ਆਖਿਆ, ਪ੍ਰੇਮੀਓ, ਅਸੀਂ ਜੰਗਲ ਦੇਸ਼ ਦੇ ਜਿਸ ਇਲਾਕੇ ਵਿੱਚ ਪ੍ਰਚਾਰ ਕਰਦੇ ਰਹੇ ਹਾਂ, ਉਸ ਦੇ ਪ੍ਰੇਮੀ ਚੋਰੀ ਪੇਸ਼ਾ ਕਰਦੇ ਸਨ। ਉਹ ਊਠਣੀਆਂ ਚੁਰਾ ਕੇ ਲਿਆਉਂਦੇ ਸਨ ਅਤੇ ਜਦ ਅਸੀਂ ਦੌਰੇ ਜਾਂਦੇ ਉਹਨਾਂ ਊਠਣੀਆਂ ਦਾ ਦੁੱਧ ਸਾਨੂੰ ਪਿਆਉਂਦੇ। ਅਸੀਂ ਉਸ ਚੋਰੀ ਦੀ ਕਮਾਈ ਛਕਣ ਦਾ ਲੇਖਾ ਅਸਾਂ ਸਰੀਰ ਵਿੱਚ ਹੀ ਮੁਕਾ ਕੇ ਜਾਣਾ ਹੈ। ਇਸ ਤਰ੍ਹਾਂ ਭਾਈ ਹੀਰਾ ਸਿੰਘ ਜੀ, ਅਸੀਂ ਜਿਹੜੇ ਸੰਗਤਾਂ ਵਿੱਚ ਪ੍ਰਚਾਰ ਕਰਦੇ ਹਾਂ, ਹਰ ਤਰ੍ਹਾਂ ਦੀ ਮਾੜੀ ਮੋਟੀ ਕਮਾਈ ਦਾ ਪ੍ਰਸ਼ਾਦ ਅੰਗੀਕਾਰ ਕਰਦੇ ਹਾਂ, ਉਸ ਦਾ ਹਿਸਾਬ ਸਰੀਰ ਵਿੱਚ ਹੀ ਮੁਕਾਉਣਾ ਹੈ। ਭਾਈ ਹੀਰਾ ਸਿੰਘ ਜੀ ਨੂੰ ਇਹ ਧੀਰਜ ਦੇ ਅਤੇ ਮਲਕ ਤੇਜਾ ਸਿੰਘ ਜੀ ਦੇ ਘਰ ਜਲ ਪਾਣੀ ਛਕ ਸੰਤ ਜੀ ਆਪਣੇ ਆਸਣ ਤੇ ਆ ਗਏ। ਭਾਈ ਹੀਰਾ ਸਿੰਘ ਜੀ ਨੇ ਆਪਣੇ ਦਰਸ਼ਨ ਮੇਲੇ ਦਾ ਸੰਕਲਪ ਪੂਰਾ ਹੋਣ ਤੇ ਕਰਤਾਰ ਦਾ ਸ਼ੁਕਰ ਕੀਤਾ। ਮਹਾਂਪੁਰਸ਼ਾਂ ਨੇ ਤਾਂ ਪੂਰਾ ਯਤਨ ਕੀਤਾ ਕਿ ਉਹਨਾਂ ਨੂੰ ਉਹ ਸ਼ਬਦ ਦ੍ਰਿੜ ਹੋ ਜਾਵੇ, ਅੰਦਰਲਾ ਹੀਰਾ ਸੱਚਾ, ਬਾਹਰਲਾ ਹੀਰਾ ਝੂਠਾ। ਪਰ ਸਾਰੀ ਉਮਰ ਮਾਇਆ ਦੀ ਖਿੱਚ ਅਤੇ ਮਾਇਆ ਦੀ ਪ੍ਰੇਰਨਾ ਕਰਨ ਦੀ ਕਾਰ ਨੇ ਇਸ ਆਤਮ ਘਾਟੀ ਤੇ ਨਾ ਚੜ੍ਹਨ ਦਿੱਤਾ। ਇੱਕ ਦਿਨ ਬਾਹਰ ਤੋਂ ਇੱਕ ਗੁਰੂ ਘਰ ਦਾ ਪ੍ਰੇਮੀ ਬੜੀ ਸ਼ਰਧਾ ਨਾਲ ਸ਼ਾਮ ਦੇ ਦੀਵਾਨ ਸਮੇਂ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਦਰਸ਼ਨ ਕਰਨ ਲਈ ਆਇਆ। ਉਸ ਨੇ ਅਨਭੋ ਦੇ ਦੇਸ਼ ਦੀ ਗੱਲ ਚਲਾਈ। ਸੰਤ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਇਸ ਨੂੰ ਅਸਤੀ ਭਾਂਤੀ ਪ੍ਰਿਯ ਤਿੰਨੇ ਦਸ਼ਾ ਦਾ ਖੋਲ੍ਹ ਕੇ ਉਪਦੇਸ਼ ਸੁਣਾਇਆ ਤੇ ਆਖਿਆ, ਭਾਈ, ਪਹਿਲਾਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਇਹ ਦਸ਼ਾ ਆਉਂਦੀ ਹੈ ਕਿ ਦੇਹ ਹੈ ਨਹੀਂ, ਆਤਮਾ ਹੈ। ਫਿਰ ਜੇ ਹੋਰ ਅਭਿਆਸ ਵਧਾਇਆ ਜਾਏ ਤਾਂ ਭਾਂਤੀ ਦਸ਼ਾ ਆਉਂਦੀ ਹੈ, ਰੋਮ ਰੋਮ ਵਿੱਚ ਖੁਸ਼ੀ, ਗਮੀ, ਸਰਦੀ, ਗਰਮੀ, ਵੱਤ ਪਿਆਰਾ ਹਰ ਰੰਗ ਵਿੱਚ ਭਾਸਦਾ ਹੈ, ਪੱਤੇ ਪੱਤੇ ਅਤੇ ਜ਼ਰੇ ਜ਼ਰੇ ਵਿੱਚ ਉਹੀ ਨਜ਼ਰ ਆਉਂਦਾ ਹੈ। ਇਸ ਦੇ ਮਗਰੋਂ ਹੋਰ ਪਰਪੱਕ ਕਰਨ ਤੇ ਜਗਿਆਸੂ ਆਪ ਦੇ ਅੰਦਰ ਹੀ ਆਪਣੇ ਆਪ ਵਿੱਚ ਮਸਤ ਹੋ ਜਾਂਦਾ ਹੈ। ਸਾਰੇ ਦ੍ਰਿਸ਼ਟਮਾਨ ਪਦਾਰਥਾਂ ਤੋਂ ਉਪਰਾਮ ਹੋ ਕੇ ਆਪਣੇ ਅੰਦਰ ਦੇ ਆਤਮਕ ਸੁੰਦਰ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਕਦੇ ਆਨੰਦ ਵਿੱਚ ਖਿੜ-ਖਿੜ ਹੱਸਣ ਲੱਗ ਪੈਂਦਾ ਹੈ ਅਤੇ ਕਦੀ ਵੈਰਾਗ ਵਿੱਚ ਹੈਰਾਨ ਅਤੇ ਕਦੀ ਇੱਕ ਰਸ ਰੂਪ ਚੁੱਪ ਹੋ ਕੇ ਸਮਾਧੀ ਅਸਥਿਤ ਹੋ ਜਾਂਦਾ ਹੈ। ਰੰਗ ਹਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੋਰੀ, ਬਾ ਸੱਚੇ ਨਾਹੇ।
ਪਿਛਲੇ ਯੁੱਗਾਂ ਵਿੱਚ ਉਮਰਾਂ ਬਹੁਤ ਵੱਡੀਆਂ ਸਨ। ਰਿਸ਼ੀ ਮੁਨੀ ਸਾਸੰਗ ਵਿੱਚ ਕਈ ਵਾਰੀ ਹਜ਼ਾਰ ਹਜ਼ਾਰ ਸਾਲ ਹੱਸੀ ਜਾਂਦੇ ਅਤੇ ਕਈ ਵਾਰੀ ਚੁੱਪ ਸਤ ਚਿੱਤ ਆਨੰਦ ਵਿੱਚ ਹਜ਼ਾਰ ਹਜ਼ਾਰ ਸਾਲ ਲਈ ਮਗਨ ਹੋ ਰਹਿੰਦੇ। ਥੋੜ੍ਹੇ ਦਿਨਾਂ ਵਿੱਚ ਹੀ ਦਮਦਮੇ ਸਾਹਿਬ ਦੇ ਲੰਗਰ ਦਾ ਗੁਰਮਤਾ ਪੱਕਾ ਹੋ ਗਿਆ। ਸੰਤ ਜੀ ਮਹਾਰਾਜ ਵੱਲੋਂ 50,000 ਦਮੜਾ, 9 ਰੁਪਈਏ ਸੈਂਕੜਾ ਸਾਲਾਨਾ ਸੂਦ ਤੇ ਸਰਦਾਰ ਬਹਾਦਰ ਧਰਮ ਸਿੰਘ ਦੇ ਵਿੱਦਿਆ ਭੰਡਾਰ ਫੰਡ ਵਿੱਚ ਜਮ੍ਹਾਂ ਹੋ ਗਿਆ। ਨਾਲ ਹੀ ਇਹ ਗੱਲ ਤੈਅ ਪਾਈ ਕਿ ਜਦੋਂ ਕੋਈ ਯੋਗ ਜ਼ਮੀਨ ਦਮਦਮੇ ਸਾਹਿਬ ਦੇ ਨੇੜੇ ਬਰਸੇ ਨਾਲੀ ਤੇ ਜਾਂ ਕਿਸੇ ਹੋਰ ਪਿੰਡ ਵਿੱਚ ਲੱਭ ਜਾਏ, ਉਦੋਂ ਲੰਗਰ ਵਾਸਤੇ ਜ਼ਮੀਨ ਖਰੀਦੀ ਜਾਏ। ਤਦ ਤੀਕਰ ਸੂਦ 9 ਰੁਪਏ ਸੈਂਕੜਾ ਸਾਲਾਨਾ ਹੀ ਰਹੇ ਅਤੇ ਕਦੀ ਵੀ ਘਟਾਇਆ ਨਾ ਜਾਏ। ਬਰੌਲੀ ਤੋਂ ਚਿਤੁਪਰਾਮ ਹੋਣ ਤੇ ਸੰਤ ਜੀ ਮਹਾਰਾਜ ਨੇ ਧੌਲਪੁਰ ਆਉਣ ਦੀ ਤਿਆਰੀ ਕਰ ਲਈ। ਸਲਾਹ ਇਹ ਠਹਿਰੀ ਕਿ 1-2 ਦਿਨ ਧੌਲਪੁਰ ਵਿੱਚ ਰਹਿ ਕੇ ਦਿੱਲੀ ਪੁੱਜਿਆ ਜਾਏ ਅਤੇ ਉੱਥੋਂ ਮਾਲਵੇ ਦੇਸ਼ ਵੱਲ ਕੂਚ ਕੀਤਾ ਜਾਏ। ਬਰੌਲੀ ਦਾਸ ਦੇ ਸੱਜੇ ਹੱਥ ਤੇ ਲਾਹੌਰੀ ਸੌਰ ਨਿਕਲ ਪਿਆ। ਭਾਈ ਪ੍ਰੇਮ ਸਿੰਘ ਅਤੇ ਭਾਈ ਕਰਮ ਸਿੰਘ ਜੀ, ਜਿਹੜੇ ਕਿ ਸੰਤ ਜੀ ਮਹਾਰਾਜ ਦੇ ਜਥੇ ਵਿੱਚ ਕੁਝ ਹਿਕਮਤ ਜਾਣਦੇ ਸਨ, ਦਾਸ ਨੂੰ ਰੋਜ਼ ਆਖਣ ਲੱਗੇ, ਭਾਈ ਜੇ ਇਸ ਦਾ ਇਲਾਜ ਨਾ ਕਰਾਇਆ ਤਾਂ ਹੱਥ ਕੱਟਣਾ ਪਏਗਾ। ਇੱਥੋਂ ਤੀਕਰ ਕਿ ਇੱਕ ਦਿਨ ਭਾਈ ਪ੍ਰੇਮ ਸਿੰਘ ਨੇ ਸੰਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਖ ਦਿੱਤਾ ਕਿ ਤੇਜਾ ਸਿੰਘ ਦਾ ਇਲਾਜ ਨਾ ਕਰਾਇਆ ਤਾਂ ਅਰਕ ਤੀਕਰ ਬਾਂਹ ਨੂੰ ਖਤਰਾ ਹੋਵੇਗਾ। ਭਾਵੇਂ ਦਾਸ ਨੂੰ ਭਾਸ ਚੁੱਕਾ ਸੀ ਕਿ ਆਤਮਾ ਹੈ, ਦੇਹ ਹੈ ਨਹੀਂ, ਪਰ ਇਹ ਅਜੇ ਪਰਿਪੱਕ ਨਹੀਂ ਸੀ ਹੋਈ। ਸਰੀਰ ਦਾ ਮੋਹ ਜਾਗ ਪਿਆ ਤੇ ਕੁਝ ਫਿਕਰਮੰਦ ਹੋ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੂੰ ਪੁੱਛਿਆ। ਪਤਾ ਲੱਗਾ ਕਿ ਲਾਹੌਰ ਡਾਕਟਰ ਰਕਬੀਰ ਸਿੰਘ ਇਸ ਫੋੜੇ ਦਾ ਸ਼ਰਤੀਆ ਇਲਾਜ ਕਰਦੇ ਹਨ ਅਤੇ 1 ਹਫ਼ਤੇ ਵਿੱਚ ਹੀ ਜੜ ਪੁੱਟ ਕੇ ਰੱਖ ਦਿੰਦੇ ਹਨ, ਪਰ ਉਹ ਦਵਾਈ ਪੱਟੀ ਆਪਣੇ ਹੱਥੀਂ ਹੀ ਕਰਦੇ ਹਨ, ਮਰਹਮ ਬਾਹਰ ਕਿਸੇ ਨੂੰ ਵੀ ਨਹੀਂ ਭੇਜਦੇ। ਚਿੱਤ ਵਿੱਚ ਖਿਆਲ ਦ੍ਰਿੜ ਹੋ ਗਿਆ ਕਿ ਜਦੋਂ ਸੰਤ ਜੀ ਮਹਾਰਾਜ ਬਰੌਲੀ ਤੋਂ ਤੁਰਨ ਆਗਿਆ ਲੈ ਲਾਹੌਰ ਇਲਾਜ ਲਈ ਪੁੱਜਿਆ ਜਾਵੇ। ਜਦ ਬਰੌਲੀ ਤੋਂ ਸੰਤ ਜੀ ਧੌਲਪੁਰ ਆਉਣ ਲਈ ਛੋਟੀ ਰੇਲ ਗੱਡੀ ਤੇ ਚੜ੍ਹੇ ਤਾਂ ਦਾਸ ਨੇ ਰਸਤੇ ਵਿੱਚ ਇਲਾਜ ਲਈ ਲਾਹੌਰ ਜਾਣ ਦੀ ਆਗਿਆ ਮੰਗੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਹ ਤਾਂ ਕਵਾਰ ਗੰਦਲ ਬੰਨਣ ਨਾਲ ਹੀ ਹੱਲ ਹੋ ਜਾਏਗਾ। ਸਾਨੂੰ ਇੱਕ ਵਾਰੀ ਇੱਥੋਂ ਕੱਢ ਲਵੋ, ਫਿਰ ਲੋੜ ਪਈ ਤਾਂ ਇਲਾਜ ਦੇਖਿਆ ਜਾਏਗਾ। ਪਰ ਦਾਸ ਨੇ ਹਿਰਦੇ ਵਿੱਚ ਨਿਕੰਮੇ ਸਰੀਰ ਦਾ ਮੋਹ ਜਾਗ ਚੁੱਕਾ ਸੀ। ਮਹਾਂਪੁਰਖਾਂ ਦੀ ਇਸ ਗੁੱਝੀ ਰਮਜ ਦੀ ਉਸ ਵੇਲੇ ਸਮਝ ਨਾ ਪਈ। ਫਿਰ ਛੁੱਟੀ ਲਈ ਬੇਨਤੀ ਕੀਤੀ। ਮਹਾਰਾਜ ਨੇ ਕਿਹਾ, ਚੰਗਾ ਹੋ ਆਓ, ਪਰ ਸਾਨੂੰ ਹੁਣ ਬਾਲੇਵਾਲ ਆ ਕੇ ਮਿਲਣਾ। ਅਸੀਂ ਦਿੱਲੀ ਤੋਂ ਸਿੱਧਾ ਉੱਥੇ ਆ ਕੇ ਮਿਲਾਂਗੇ। 8-10 ਦਿਨ ਮਗਰੋਂ ਡਾਕਟਰ ਰਕਬੀਰ ਸਿੰਘ ਦੇ ਇਲਾਜ ਨਾਲ ਫੋੜੇ ਦੀ ਜੜ ਪੁੱਟੀ ਗਈ ਅਤੇ ਉਹਨਾਂ ਨੇ ਇੱਕ ਦਵਾਈ ਨਾਲ ਦੇ ਦਿੱਤੀ। ਕੁਝ ਦਿਨ ਅਸੀਂ ਇਸ ਦੀ ਪੱਟੀ ਕਰੀ ਜਾਣ, ਇਸ ਦੇ ਨਾਲ ਹੌਲੀ ਹੌਲੀ ਸਾਰਾ ਜ਼ਖਮ ਭਰ ਜਾਏਗਾ। ਦਵਾਈ ਲੈ ਦਾਸ ਸਿੱਧਾ ਬਾਲੇਵਾਲ ਪੁੱਜਾ ਅਤੇ ਇੱਥੇ ਸਹੁ ਪਈ ਕਿ ਸੰਤ ਜੀ ਮਹਾਰਾਜ ਨਾਲ ਕੀੜੇ ਦੀ ਖੇਲ ਵਰਤ ਗਈ ਹੈ, ਇਸ ਲਈ ਇੱਥੇ ਨਹੀਂ ਆ ਸਕੇ। ਇਹ ਗੱਲ ਸੰਗਰੂਰ ਦੇ ਇੱਕ ਪ੍ਰੇਮੀ ਦੀ ਜ਼ਮਾਨੀ ਸੰਗਤਾਂ ਵਿੱਚ ਫੈਲ ਗਈ। ਬਾਲੇਵਾਲ ਤੋਂ ਸਿੱਧਾ ਸੰਗਰੂਰ ਆਇਆ ਤੇ ਉਸ ਦਾ ਨਾਂ ਪਤਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪੁੱਛ ਕੇ ਉਸ ਦੇ ਘਰ ਆਇਆ। ਉਸਨੇ ਆਪਣਾ ਸਾਰਾ ਅੱਖੀਂ ਵੇਖਿਆ ਬਿਰਤਾਂਤ ਸੁਣਾ ਦਿੱਤਾ। ਇਹ ਸੁਣ ਦਾਸ ਨੂੰ ਅੰਨ ਪਾਣੀ ਹਰਾਮ ਹੋ ਗਿਆ। ਦਿੱਲੀ ਸ਼ਾਮ ਦੀ ਗੱਡੀ ਟੁਰਨ ਦਾ ਵਕਤ ਥੋੜ੍ਹਾ ਹੀ ਰਹਿ ਗਿਆ। ਟਾਂਗੇ ਚੜ੍ਹ ਸਟੇਸ਼ਨ ਤੇ ਪੁੱਜਾ। ਗੱਡੀ ਅੱਗੇ ਹੀ ਪਲੇਟਫਾਰਮ ਤੇ ਖੜੀ ਸੀ। ਛੇਤੀ ਛੇਤੀ ਟਿਕਟ ਲੈ ਵਾਹੋਦਾਈ ਗੱਡੀ ਵੱਲ ਭੱਜਿਆ। ਰਸਤੇ ਵਿੱਚ ਇੱਕ ਲੋਹੇ ਦੇ ਸਰੀਏ ਦੇ ਬੰਡਲ ਨਾਲ ਪੈਰ ਅਟਕਿਆ। ਸਰੀਰ ਨੇ ਸਖਤ ਠੋਕਰ ਖਾਧੀ। ਮਸਾਂ ਹੀ ਸਿਰ ਪਲੇਟਫਾਰਮ ਦੇ ਪੱਥਰ ਨਾਲ ਵੱਜ ਕੇ ਪਾਟਣ ਤੋਂ ਬਚਿਆ। ਪਤਾ ਨਹੀਂ ਕਰਤਾਰ ਨੇ ਕਿਉਂ ਰੱਖ ਲਿਆ, ਨਹੀਂ ਤਾਂ ਇਸ ਨਕਾਰੇ ਸਰੀਰ ਨੂੰ ਮਹਾਂਪੁਰਖਾਂ ਦੀ ਹੁਕਮ ਅਦੁਲੀ ਅਤੇ ਇਸ਼ਾਰਾ ਨਾ ਸਮਝਣ ਦਾ ਫਲ ਉੱਥੇ ਹੀ ਮਿਲ ਜਾਣਾ ਚਾਹੀਦਾ ਸੀ। ਪਰ ਸਰੀਰ ਸੰਭਲ ਗਿਆ ਅਤੇ ਬੂਹਾ ਖੋਲ ਗੱਡੀ ਵਿੱਚ ਚੜ੍ਹ ਬੈਠਾ। ਗੱਡੀ ਚੀਕ ਮਾਰ ਚੁੱਕੀ ਸੀ ਅਤੇ ਗਾਰਡ ਨੇ ਸੀਟੀ ਵਜਾ ਝੰਡੀ ਦੇ ਦਿੱਤੀ ਸੀ। ਗੱਡੀ ਉਸੇ ਵੇਲੇ ਟੁਰ ਪਈ ਤੇ ਦੂਜੇ ਦਿਨ ਅੰਮ੍ਰਿਤ ਵੇਲੇ ਜਾਖਲ ਬਦਲ ਕੇ 8 ਵਜੇ ਸਵੇਰੇ ਦਿੱਲੀ ਪੁੱਜ ਗਈ। ਇੱਥੋਂ ਗੱਡੀ ਉੱਤਰ ਟਾਂਗੇ ਚੜ੍ਹ ਸਿੱਧਾ ਸਰਦਾਰ ਬਹਾਦਰ ਧਰਮ ਸਿੰਘ ਦੀ ਕੋਠੀ ਆਇਆ। ਪੌੜਿਆਂ ਚੜ੍ਹ ਦੇਖਿਆ ਕਿ ਸੰਤ ਜੀ ਮਹਾਰਾਜ ਦੇ ਸੱਜੇ ਪੈਰ ਤੇ ਪੱਟੀ ਬੰਨੀ ਹੋਈ ਹੈ। ਚਿਹਰਾ ਕੁਝ ਪੀਲਾ ਸਫੈਦੀ ਮਾਇਲ ਹੋ ਗਿਆ ਤੇ ਹੋਠਾਂ ਤੋਂ ਥੋੜ੍ਹੀ ਥੋੜ੍ਹੀ ਸਿਕਰੀ ਆਈ ਹੋਈ ਹੈ। ਚਿੱਤ ਨੇ ਆਪਣੇ ਆਪ ਨੂੰ ਤਿਰਕਾਰ ਕੀਤਾ ਕਿ ਤੂੰ ਇਸ਼ਾਰਾ ਕਿਉਂ ਨਹੀਂ ਸਮਝਿਆ। ਝੱਟ ਨਿਮਾਣਾ ਹੋ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਜਦ ਨਮਸਕਾਰ ਕਰਕੇ ਉੱਠਿਆ ਤਦ ਸੰਤ ਜੀ ਨੇ ਬੜੇ ਪ੍ਰੇਮ ਅਤੇ ਦਰਦ ਨਾਲ ਪੁੱਛਿਆ, ਭਾਈ ਤੇਜਾ ਸਿੰਘ ਹੱਥ ਚੰਗਾ ਹੋ ਗਿਆ ਹੈ? ਮਹਾਂਪੁਰਖਾਂ ਦੇ ਉਦਾਰਤਾ ਅਤੇ ਪ੍ਰੇਮ ਦੇ ਬਚਨ ਸੁਣ ਦਾਸ ਉੱਥੇ ਹੀ ਮਰ ਗਿਆ ਅਤੇ ਫਿਰ ਉੱਠਣ ਜੋਗਾ ਨਾ ਰਿਹਾ। ਰਾਤ ਦੇ ਸਮੇਂ ਜਿਸ ਵੇਲੇ ਸੰਤ ਜੀ ਮਹਾਰਾਜ ਕੋਠੇ ਤੇ ਬਿਰਾਜਣ ਲਈ ਗਏ
ਤਾਂ ਦਾਸ ਵੀ ਚਰਨਾਂ ਵਿੱਚ ਹਾਜ਼ਰ ਹੋਇਆ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹਜ਼ੂਰ ਨੇ ਇਹ ਖੇਲ ਕਿਸ ਤਰ੍ਹਾਂ ਵਰਤਾਈ? ਸੰਤ ਜੀ ਮਹਾਰਾਜ ਨੇ ਸਾਰੀ ਵਿੱਥਿਆ ਖੋਲ ਸੁਣਾਈ। ਭਾਈ ਸ਼ਾਮ ਦੇ ਵਕਤ ਬੰਗਲੇ ਸਾਹਿਬ ਦੀਵਾਨ ਸੱਜਿਆ। ਭਾਦਰੋਂ ਦੀ ਰੁੱਤ ਤੇ ਹੁੱਸੜ ਕਰਕੇ ਵਿਹੜੇ ਵਿੱਚ ਦਰੀਆਂ ਵਿਛਾਈਆਂ ਗਈਆਂ ਸਨ। ਇੱਕ ਥੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਹ ਥੜਾ ਕਈ ਜਗ੍ਹਾ ਤੋਂ ਟੁੱਟਾ ਹੋਇਆ ਸੀ। ਜਿਸ ਵੇਲੇ ਦੀਵਾਨ ਦੇ ਭੋਗ ਦੇ ਮਗਰੋਂ ਅਰਦਾਸਾ ਹੋਇਆ, ਅਸੀਂ ਸੱਚੇ ਪਾਤਸ਼ਾਹ ਦੀ ਅਰਦਲ ਵਿੱਚ ਖੜੇ ਹੋ ਗਏ। ਅਰਦਾਸੇ ਮਗਰੋਂ ਜਦ ਦੂਜੀ ਵਾਰੀ ਤਾਬੇ ਬੈਠੇ ਤਦ ਸਾਨੂੰ ਕੁਝ ਕੰਡਾ ਜਿਹਾ ਚੁੱਭਿਆ ਪਾਸਿਆ। ਅਸੀਂ ਹੱਥ ਨਾਲ ਟੋਇਆ ਤਾਂ ਕੋਈ ਕੰਡਾ ਸੀ ਅਤੇ ਨਾ ਕੋਈ ਪੱਥਰ ਸੀ। ਫਿਰ ਮੋਟਰ ਚੜ੍ਹ ਅਸੀਂ ਡੇਰੇ ਆਏ। ਜਿਸ ਵੇਲੇ ਪੌੜੀਆਂ ਚੜ੍ਹ ਰਹੀ ਸੀ, ਸਿਰ ਵਿੱਚ ਚੱਕਰ ਆਉਣ ਲੱਗ ਪਏ। ਪ੍ਰਸ਼ਾਦ ਛਕਣ ਨੂੰ ਵੀ ਚਿੱਤ ਨਾ ਕਰੇ। ਅਸੀਂ ਸੰਗਤ ਨੂੰ ਆਖਿਆ ਕਿ ਤੁਸੀਂ ਪ੍ਰਸ਼ਾਦ ਛਕੋ, ਸਾਨੂੰ ਲੋੜ ਨਹੀਂ। ਕੋਠੇ ਤੇ ਆ ਕੇ ਬਿਸਤਰ ਤੇ ਲੇਟ ਗਏ। 10 ਕੁ ਵਜੇ ਜਦ ਅਸੀਂ ਪਿਸ਼ਾਬ ਕਰਨ ਲਈ ਉੱਠੇ ਤਦ ਨੰਗੀ ਪੈਰੀ ਕੋਠੇ ਦੇ ਫਰਸ਼ ਤੇ ਬੈਠੇ ਇੱਕ ਛਾਲਾ ਜਿਹਾ ਫੁੱਟ ਗਿਆ ਤੇ ਸੱਜੇ ਪੈਰ ਦਾ ਸਾਰਾ ਪੱਬ ਗਿੱਲਾ ਹੋ ਗਿਆ। ਉਸੇ ਵੇਲੇ ਅਸੀਂ ਇੱਕ ਆਵਾਜ਼ ਭਾਈ ਕਰਮ ਸਿੰਘ ਨੂੰ ਦਿੱਤੀ ਅਤੇ ਉਸ ਨੂੰ ਸਭ ਕੁਝ ਦਿਖਾਇਆ। ਇਸ ਤੋਂ ਪਹਿਲਾਂ ਅਸਾਂ ਕਿਸੇ ਨੂੰ ਕੁਝ ਵੀ ਨਹੀਂ ਸੀ ਆਖਿਆ ਤਾਂ ਕਿ ਸੰਗਤ ਘਾਬਰ ਨਾ ਜਾਵੇ। ਜਦ ਕਰਮ ਸਿੰਘ ਨੇ ਪੱਬ ਤੇ ਇੱਕ ਫੁੱਟਿਆ ਹੋਇਆ ਛਾਲਾ ਅਤੇ ਗਿੱਲ ਦੇਖੀ ਤਦ ਉਸਨੇ ਆਖਿਆ, ਮਹਾਰਾਜ ਜੀ, ਇਹ ਤਾਂ ਆਪ ਨੂੰ ਸੱਪ ਛੋ ਗਿਆ ਹੈ। ਉਸੇ ਵੇਲੇ ਖਬਰ ਕਰਨ ਤੋਂ ਪਤਾ ਲੱਗਾ ਕਿ ਸਰਦਾਰ ਧਰਮ ਸਿੰਘ ਦਾ ਇੱਕ ਸੇਵਾਦਾਰ ਸੱਪ ਦਾ ਇਲਾਜ ਜਾਣਦਾ ਹੈ। ਉਸ ਨੂੰ ਸੱਦ ਭੇਜਿਆ। ਉਸ ਨੇ ਸਾਨੂੰ ਰੀਠਿਆਂ ਦੇ ਫੋਲਕ ਛਕਾਏ ਅਤੇ ਆਪਣਾ ਹੋਰ ਉਪਾਅ ਵੀ ਕੀਤਾ। ਚੱਕਰ ਵੀ ਦੂਰ ਹੋ ਗਏ ਅਤੇ ਸਰੀਰ ਵਿੱਚ ਵੀ ਸੁੱਖ ਆ ਗਿਆ। ਦਿਨ ਚੜ੍ਹੇ ਜਦ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੂੰ ਪਤਾ ਲੱਗਾ ਤਾਂ ਸਭ ਨੇ ਆਖਿਆ ਕਿ ਮਹਾਰਾਜ ਜੀ, ਇਹ ਪ੍ਰੇਮੀ ਕੀ ਜਾਣਦਾ ਹੈ, ਕਿਸੇ ਡਾਕਟਰ ਪਾਸੋਂ ਇਲਾਜ ਕਰਾਓ। ਸਾਧ ਸੰਗਤ ਦਾ ਬਚਨ ਮੰਨ ਅਸਾਂ ਆਖਿਆ, ਅੱਛਾ ਭਾਈ, ਤੁਹਾਡੀ ਮਰਜ਼ੀ। ਉਸੇ ਵੇਲੇ ਸਿੱਖ ਡਾਕਟਰ ਸੱਦਿਆ ਗਿਆ ਅਤੇ ਫਿਰ ਉਹ ਆਪਣੇ ਨਾਲ ਇੱਕ ਗੋਰਾ ਸਿਵਲ ਸਰਜਨ ਲੈ ਆਇਆ। ਸਾਰੇ ਆਖਣ ਲੱਗ ਪਏ ਕਿ ਸੱਪ ਸੁੱਪ ਕੋਈ ਨਹੀਂ ਹੈ, ਇਹ ਤਾਂ ਦਿੱਲੀ ਵਿੱਚ ਇੱਕ ਕੀੜਾ ਹੁੰਦਾ ਹੈ, ਉਹ ਲੜ ਗਿਆ ਹੈ। ਲੱਗੇ ਛਾਲੇ ਤੇ ਪਲਸਤਰ ਲਾਣ, ਇੱਕ ਥਾਂ ਪਲਸਤਰ ਲਾਣ ਤੇ ਛਾਲਾ ਦੂਜੀ ਥਾਂ ਹੋ ਜਾਵੇ, ਉਸ ਨੂੰ ਫੇਰ ਕੱਟ ਕੇ ਪਲਸਤਰ ਲਾਣ ਤੇ ਛਾਲਾ ਤੀਜੀ ਥਾਂ ਹੋਰ ਚਲਾ ਜਾਏ। ਹਾਰ ਕੇ ਸੰਗਤ ਨੇ ਇੱਕ ਸੱਪ ਰੱਖਣ ਵਾਲੇ ਨੂੰ, ਜਿਹੜਾ ਕਿ ਆਪਣੀ ਇਸ ਵਿਦਿਆ ਦੇ ਬਲ ਨਾਲ ਅੰਗਰੇਜ਼ਾਂ ਦੇ ਦੇਸ਼ਾਂ ਵਿੱਚ ਫੇਰ ਆਇਆ ਸੀ, ਸੱਦਿਆ। ਉਸਨੇ ਆਉਂਦਿਆਂ ਹੀ ਸੱਪ ਮਣਕਿਆਂ ਨਾਲ ਆਪਣੀ ਪ੍ਰੀਖਿਆ ਕੀਤੀ। ਇੱਕ ਮਣਕਾ ਉੱਡ ਕੇ ਛਾਲੇ ਤੇ ਚੰਬੜ ਗਿਆ ਅਤੇ ਬੜਾ ਫੁੱਲ ਗਿਆ। ਜਦ ਸੱਪਾਂ ਵਾਲੇ ਪ੍ਰੇਮੀ ਨੂੰ ਇਹਨੂੰ ਲਾਇਆ ਤੇ ਕੁੱਟਿਆ, ਇਹਦੇ ਵਿੱਚੋਂ ਕੁਝ ਪੀਲਾ ਜਿਹਾ ਪਾਣੀ ਨਿਕਲਿਆ। ਆਪਣੀ ਪ੍ਰੀਖਿਆ ਪੂਰੀ ਕਰਕੇ ਇਸ ਪ੍ਰੇਮੀ ਨੇ ਆਖਿਆ, ਆਪ ਨੂੰ ਸੰਗਚੂਰ ਸਰਪ ਲੜ ਗਿਆ ਹੈ। ਇਹਦਾ ਇਲਾਜ ਸ਼ੁਰੂ ਹੋ ਗਿਆ ਤੇ ਸਾਨੂੰ ਉਸ ਨਾਲ ਬਹੁਤ ਆਰਾਮ ਆਇਆ। ਜਿਸ ਵੇਲੇ ਦਾਸ ਪੁੱਜਾ, ਇਸ ਸੱਪਾਂ ਵਾਲੇ ਪ੍ਰੇਮੀ ਦਾ ਇਲਾਜ ਜਾਰੀ ਸੀ। ਇਹ ਹਰ ਰੋਜ਼ ਸਵੇਰੇ ਸ਼ਾਮ ਆਉਂਦਾ ਤੇ ਆਪਣੇ ਹੱਥੀਂ ਦਵਾਈ ਲਾ ਕੇ ਪੱਟੀ ਕਰਦਾ। ਇੱਕ ਦਵਾਈ ਖਾਣ ਵਾਸਤੇ ਵੀ ਦਿੰਦਾ। 4-5 ਦਿਨ ਮਗਰੋਂ ਇਸ ਨੇ ਆਖਿਆ ਕਿ ਪਲਸਤਰਾਂ ਨਾਲ ਪੈਰ ਵਿੱਚ ਜ਼ਖਮ ਖਾਸਾ ਫੈਲ ਗਿਆ ਹੈ, ਥੋੜ੍ਹਾ ਜਿਹਾ ਚੀਰਾ ਦੇ ਕੇ ਇਹਦੇ ਵਿੱਚੋਂ ਜ਼ਹਿਰੀਲਾ ਮਾਦਾ ਕੱਢਣ ਦੀ ਲੋੜ ਹੈ। ਮੈਂ ਕੱਲ੍ਹ ਸਵੇਰੇ ਆਪਣੀ ਨਸ਼ਤਰ ਲਿਆਵਾਂਗਾ ਤੇ ਚੀਰਾ ਦੇਵਾਂਗਾ। ਜਦ ਇਹ ਗੱਲ ਸਰਦਾਰ ਧਰਮ ਸਿੰਘ ਅਤੇ ਹੋਰ ਪ੍ਰੇਮੀਆਂ ਨੇ ਸੁਣੀ ਤਾਂ ਸਾਰੇ ਕਹਿਣ ਲੱਗ ਪਏ ਕਿ ਸੱਪਾਂ ਦਾ ਚੀਰਨ ਦਾ ਕੰਮ ਕੀ ਜਾਣਦਾ ਹੈ, ਚੀਰਾ ਕਿਸੇ ਚੰਗੇ ਡਾਕਟਰ ਪਾਸੋਂ ਦਵਾਉਣਾ ਚਾਹੀਦਾ ਹੈ। ਚੰਗਾ ਭਲਾ ਸਾਰੇ ਦੇਖ ਚੁੱਕੇ ਸਨ ਕਿ ਡਾਕਟਰ ਦੇ ਇਲਾਜ ਨਾਲ ਛਾਲੇ ਵਧੀ ਗਏ ਅਤੇ ਚਰਨ ਦੀ ਦਸ਼ਾ ਖਰਾਬ ਹੁੰਦੀ ਗਈ ਅਤੇ ਹੁਣ ਇਸ ਪ੍ਰੇਮੀ ਦੇ ਇਲਾਜ ਨਾਲ ਬਹੁਤ ਆਰਾਮ ਹੈ। ਪਰ ਮਗਰਬੀ ਤਹਿਜੀਬ ਦੇ ਅਸਰ ਨੇ ਸਾਰਿਆਂ ਨੂੰ ਦੱਬ ਲਿਆ। ਵਿਚਾਰਾ ਹਕੀਮ ਆਪਣੇ ਨੁਸ਼ਤਰ ਤਿਆਰ ਹੀ ਕਰਦਾ ਰਹਿ ਗਿਆ। ਇਹਨਾਂ ਸਾਰਿਆਂ ਮਗਰਬੀ ਤਹਿਜੀਬ ਦੇ ਬੰਦਿਆਂ ਨੇ ਝੱਟ ਇੱਕ ਬੰਗਾਲੀ ਡਾਕਟਰ ਮਿੱਤਰਾਂ ਨੂੰ ਸੱਦ ਸੰਤ ਜੀ ਮਹਾਰਾਜ ਦੇ ਅੱਗੇ ਬਿਠਾਇਆ। ਸੰਤ ਜੀ ਮਹਾਰਾਜ ਨੇ, ਜਿਨ੍ਹਾਂ ਨੂੰ ਆਪਣੇ ਸਰੀਰ ਨਾਲ ਕੋਈ ਵੀ ਪਕੜ ਨਹੀਂ ਸੀ, ਚਰਨ ਡਾਕਟਰ ਦੇ ਸਾਹਮਣੇ ਕਰ ਦਿੱਤਾ। ਜ਼ਹਿਰ ਤਾਂ ਮਾਦਾ ਤੱਕ ਕੀ ਕੱਢਣਾ ਸੀ, ਇਸ ਭਲੇ ਲੋਕ ਨੇ ਪੈਰ ਵਿੱਚ ਆਰ-ਪਾਰ ਛੇਕ ਕਰ ਦਿੱਤਾ। ਸਰਦਾਰ ਸੁੰਦਰ ਸਿੰਘ ਧੂਪੀਆ ਦੀ ਜ਼ਬਾਨੀ ਉਹਨਾਂ ਨੇ ਦੇ ਅੱਖਰਾਂ ਵਿੱਚ ਇਸ ਸਮੇਂ ਦੀ ਵਾਰਤਾ। ਜਦ ਅੰਤਲੇ ਦਿਨਾਂ ਵਿੱਚ ਸੰਤ ਜੀ ਮਹਾਰਾਜ ਸਰਪ ਦੇ ਕੱਟਣ ਕਰਕੇ ਸਰਦਾਰ ਬਹਾਦਰ ਧਰਮ ਸਿੰਘ ਜੀ ਦੇ ਗ੍ਰਹਿ ਵਿਖੇ ਪ੍ਰਵੇਸ਼ ਕਰ ਰਹੇ ਸਨ, ਇੱਕ ਡਾਢਾ ਆਸ਼ਚਰਜ ਕੌਤਕ ਮੇਰੇ ਦੇਖਣ ਵਿੱਚ ਆਇਆ। ਡਾਇਬਟੀਜ਼ ਹੋਣ ਕਾਰਨ ਸੰਤਾਂ ਦਾ ਜ਼ਖਮ ਕੁਝ ਵੱਧਦਾ ਜਾਂਦਾ ਸੀ। ਇੱਕ ਦਿਨ ਡਾਕਟਰ ਰਣਬੀਰ ਸਿੰਘ ਅਤੇ ਡਾਕਟਰ ਮਿੱਤਰਾ ਨੇ ਆਖਿਆ ਕਿ ਅਸਾਂ ਦੂਰ ਤੀਕਰ ਤੁਹਾਡਾ ਜ਼ਖਮ ਸਾਫ਼ ਕਰਨਾ ਹੈ, ਆਪ ਨੂੰ ਖੇਚਲ ਬਹੁਤ ਹੋਣੀ ਹੈ, ਆਗਿਆ ਕਰੋ ਤਾਂ ਸ਼ੀਸ਼ੀ ਸੁੰਘਾ ਲਈਏ। ਸੰਤ ਜੀ ਨੇ ਫਰਮਾਇਆ ਕਿ ਸਰੀਰ ਨੂੰ ਤਾਂ ਖੇਦ ਹੋਣਾ ਹੀ ਹੈ, ਮਨ ਆਤਮਾ ਨੂੰ ਨਾ ਹੋਵੇ।
ਤੁਸੀਂ ਨਿਸੰਦੇਹ ਸਰੀਰ ਨਾਲ ਜਿਵੇਂ ਚਾਹੋ ਕਰ ਲਵੋ, ਸ਼ੀਸ਼ੀ ਦੀ ਲੋੜ ਨਹੀਂ। ਅਸੀਂ ਪੂਰੇ ਸੁਖੀ ਹਾਂ। ਦੋਹਾਂ ਡਾਕਟਰਾਂ ਨੇ ਕਰੀਬਨ 1.5 ਘੰਟਾ ਲਗਾਇਆ। ਸੰਤਾ ਉਫ ਨਹੀਂ ਕੀਤੀ, ਅੱਖਾਂ ਮੀਟ ਕੇ ਉਸੇ ਤਰ੍ਹਾਂ ਦਗ-ਦਗ ਕਰਦੇ ਚਿਹਰੇ ਵਿੱਚ ਬਰਾਜੇ ਰਹੇ। ਕੋਈ ਚੀਰ-ਫਾੜ ਜਾਂ ਦਰਦ ਕਰਕੇ ਸੀ ਵੀ ਨਹੀਂ ਉਚਰੀ। ਜਦ ਇਹ ਡਾਕਟਰ ਪੱਟੀ ਬੰਨ੍ਹ ਚੁੱਕੇ ਤਾਂ ਉਹਨਾਂ ਕਿਹਾ, ਮਹਾਰਾਜ ਆਪ ਨੂੰ ਖੇਚਲ ਤਾਂ ਬੜੀ ਹੋਈ ਹੋਵੇਗੀ, ਪਰ ਹੋਰ ਕੋਈ ਚਾਰਾ ਨਹੀਂ ਸੀ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਰੀਰ ਸਾਧ ਸੰਗਤ ਦਾ ਹੈ, ਜਿਸ ਤਰ੍ਹਾਂ ਚਾਹੇ ਕਰੋ। ਸਾਨੂੰ ਤਾਂ ਖੇਦ ਨਹੀਂ ਹੋਇਆ, ਪਰ ਸਰੀਰ ਜੋ ਹੋਇਆ ਇਸ ਨੂੰ ਤਾਂ ਖੇਦ ਹੋਣਾ ਹੀ ਸੀ। ਮੈਂ ਇਹ ਬਚਨ ਸੁਣ ਕੇ ਦ੍ਰਵੀਭੂਤ ਹੋ ਗਿਆ ਸਾਂ। ਸੰਤ ਜੀ ਮਹਾਰਾਜ ਨੇ ਮੈਨੂੰ ਆਗਿਆ ਕੀਤੀ, ਭਾਈ ਸਾਵਧਾਨ ਹੋ, ਸਭ ਸੁੱਖ ਹੈ। ਜਦ ਡਾਕਟਰ ਚੀਰਾ ਦੇ ਕੇ ਚਲੇ ਗਏ ਅਤੇ ਸੰਗਤ ਵੀ ਘਰੋਂ ਘਰੀ ਟੁਰ ਗਈ ਤਾਂ ਸੰਤ ਜੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਆਖਿਆ, ਭਾਈ ਅੱਜ ਕੱਲ੍ਹ ਸਾਧੂਆਂ ਨੂੰ ਕੌਣ ਸਧਾਰਨ ਇਲਾਜ ਕਰਨ ਦਿੰਦਾ ਹੈ। ਇਹੋ ਜਿਹੇ ਖੇਦ ਦਾ ਤਾਂ ਜਲ ਭੰਗਰੇ ਨਾਲ ਦੂਰ ਹੋ ਜਾਂਦੇ ਹਨ। ਫਿਰ ਦਾਸ ਨੂੰ ਇਕਾਂਤ ਵਿੱਚ ਹੁਕਮ ਕੀਤਾ ਕਿ ਜਿਸ ਤਰ੍ਹਾਂ ਹੋ ਸਕੇ ਸਾਨੂੰ ਇੱਥੋਂ ਛੇਤੀ ਕੱਢੋ ਅਤੇ ਬਾਲੇ ਵੱਲ ਪਹੁੰਚਾ ਦੇਵੋ। ਸੰਤ ਜੀ ਮਹਾਰਾਜ ਦਾ ਇਹ ਆਸ਼ਾ ਸਮਝ ਦਾਸ ਨੇ ਸਰਦਾਰ ਧਰਮ ਸਿੰਘ ਨਾਲ ਦਿੱਲੀ ਤੋਂ ਤੁਰਨ ਦਾ ਗੁਰਮਤਾ ਕਰ ਲਿਆ ਅਤੇ ਲੁਧਿਆਣੇ ਦੇ ਸਰਦਾਰ ਬਸ਼ੇਸ਼ਰ ਸਿੰਘ MA ਨੂੰ, ਜਿਹੜੇ ਉਹਨਾਂ ਦਿਨਾਂ ਵਿੱਚ ਉੱਥੇ ਮੋਟਰਾਂ ਦਾ ਕੰਮ ਕਰਦੇ ਸੀ, ਚਿੱਠੀ ਪਾ ਦਿੱਤੀ ਕਿ ਫਲਾਣੇ ਦਿਨ ਫਲਾਣੀ ਗੱਡੀ ਸੰਤ ਜੀ ਮਹਾਰਾਜ ਲੁਧਿਆਣੇ ਪੁੱਜ ਰਹੇ ਹਨ, ਤੁਸੀਂ ਸਟੇਸ਼ਨ 'ਤੇ ਮੋਟਰ ਲੈ ਕੇ ਆ ਜਾਣਾ। ਇੱਥੋਂ ਸਿੱਧਾ ਮਹਾਰਾਜ ਜੀ ਨੂੰ ਬਾਲੇਵਾਲ ਲੈ ਜਾਣਾ ਹੈ। ਨਿਯਤ ਦਿਨ ਗੱਡੀ ਚੜ੍ਹ ਲੁਧਿਆਣੇ ਪੁੱਜੇ। ਉੱਥੋਂ ਮੋਟਰ 'ਤੇ ਸਵਾਰ ਹੋ ਕੇ ਬਾਲੇਵਾਲ ਆ ਗਏ ਅਤੇ ਸੁਤੰਤਰਤਾ ਵਿੱਚ ਪਹੁੰਚ ਕੇ ਬੜੇ ਹੀ ਆਨੰਦ ਹੋਏ। ਇਸ ਤੋਂ ਅਗਲਾ ਭਾਗ ਆਪਾਂ ਇਸ ਤੋਂ ਅਗਲੀ ਆਡੀਓ 'ਚ ਸੁਣਾਂਗੇ। ਤਦ ਤੱਕ ਲਈ ਧੰਨਵਾਦ। ਇਸ ਤੋਂ ਅਗਲੇ ਭਾਗ ਦੇ ਵਿੱਚ ਆਪਾਂ ਸੰਤ ਜੀ ਦਾ ਆਖਿਰਲਾ ਸਮਾਂ ਜਿਹੜਾ ਸੀਗਾ ਉਸ ਦੇ ਬਾਰੇ ਪੜ੍ਹਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਅੱਗੇ ਵੀ ਸ਼ੇਅਰ ਕਰਨਾ। ਧੰਨਵਾਦ।